ਸਾਡਾ weight gain ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਅਸੀਂ ਬਹੁਤ ਦੇਰ ਜਦੋਂ ਅਸੀਂ ਲੈਗਸ ਨੀਚੇ ਕਰਕੇ ਬੈਠਦੇ ਹਾਂ ਜ਼ਿਆਦਾ ਟਾਈਮ, ਤਾਂ ਸਾਡੀ ਲੈਗਸ ਦੇ ਵਿੱਚ ਜਿਹੜਾ ਹੈ ਬਲੱਡ ਸਰਕੂਲੇਸ਼ਨਸ ਇਫੈਕਟ ਹੋਣੀ ਸ਼ੁਰੂ ਹੋ ਜਾਂਦੀ ਹੈ। ਟੈਕਨੋਲੋਜੀ ਟੈਕਨੀਕ ਦੱਸੀ ਹੈ 2020 ਦੱਸੀ ਹੈ ਜੀ, 20-20-20 ਬੈਕ ਹੈ ਉਹ ਹਾਰਡ ਨਾ ਹੋਏ, ਉਹਦੇ ਵਿੱਚ ਮੋਸ਼ਨ ਹੋਏ ਤਾਂ ਕਿ ਤੁਸੀਂ ਥੋੜਾ ਬੈਂਡ ਕਰ ਸਕੋ, ਥੋੜਾ ਐਕਸਰਸਾਈਜ਼ ਵਾਲਾ ਮੋਡ ਹੋਏ। ਇਸ ਦੇ ਵਿੱਚ ਜਦੋਂ ਅਸੀਂ ਕੀਬੋਰਡ ਔਰ ਮਾਊਸ ਦੇ ਉੱਤੇ ਕੰਮ ਕਰਦੇ ਹਾਂ ਤਾਂ ਸਾਡਾ ਜਿੱਦਾਂ ਕਈ ਵਾਰੀ ਅਸੀਂ ਇੱਦਾਂ ਬੈਂਡ ਕਰਕੇ ਕੰਮ ਕਰਦੇ ਹਾਂ ਜੀ, ਔਰ ਕਈ ਵਾਰੀ ਇਸ ਤਰ੍ਹਾਂ ਬੈਂਡ ਕਰਕੇ ਕੰਮ ਕਰਦੇ ਹਾਂ, ਤੁਹਾਨੂੰ ਬਿਲਕੁਲ ਫਲੈਟ ਹੱਥ ਰੱਖਣੇ ਹਨ। ਕੰਪਿਊਟਰ ਦੇ ਉੱਤੇ ਗੇਮਸ ਖੇਡਣ ਲਾ ਦੇਣਾ ਮਾਂ-ਬਾਪ ਦੇ ਵੱਲੋਂ ਕਿ ਅਸੀਂ ਕੰਮ ਤੇ ਚੱਲੇ ਹਾਂ, ਤੂੰ ਇੰਨੀ ਦੇਰ ਕੰਪਿਊਟਰ ਤੇ ਗੇਮ ਖੇਡ ਲਈ। ਸੋ ਇਹਨਾਂ ਗੇਮਸ ਦੇ ਬਹੁਤ ਬੁਰੇ ਇਫੈਕਟ ਨੇ। ਸੋ ਬੱਚਿਆਂ ਦੇ ਉੱਤੇ ਸਾਨੂੰ ਇਸ ਮਾਮਲੇ ਦੇ ਵਿੱਚ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਉੱਤੇ ਧਿਆਨ ਦੇਣ ਕਿ ਬੱਚੇ ਇਹਨਾਂ ਮੋਬਾਈਲ ਫੋਨਸ ਨੂੰ ਮਿਸਯੂਜ਼ ਨਾ ਕਰਨ, ਕਿ ਅਸੀਂ ਘਰ ਬੈਠੇ ਆਨਲਾਈਨ ਸਭ ਕੁਝ ਕਰ ਲੈਂਦੇ ਹਾਂ। ਨੁਕਸਾਨ 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 ਐਨੀ ਟਾਈਮ ਐਨੀਵੇਅਰ। ਬਹੁਤਾ ਕੰਪਿਊਟਰ ਨਹੀਂ ਚਲਾਉਣਾ ਚਾਹੀਦਾ, ਅੱਖਾਂ ਖਰਾਬ ਹੋ ਜਾਂਦੀਆਂ ਨੇ। ਜੇ ਕੰਪਿਊਟਰ ਨਹੀਂ ਚਲਾਹਾਂਗੇ ਤਾਂ ਨੌਕਰੀ ਖਰਾਬ ਹੋ ਜਾਣੀ ਹੈ, ਪੜ੍ਹਾਈ ਖਰਾਬ ਹੋ ਜਾਣੀ ਹੈ, ਜ਼ਿੰਦਗੀ ਖਰਾਬ ਹੋ ਜਾਣੀ ਹੈ। ਸੋ ਕੰਪਿਊਟਰ ਦੇ ਇਸ ਕਾਲੇ ਮਾਲੇ ਨੇ ਸਾਡੀ ਜ਼ਿੰਦਗੀ ਨੂੰ ਘੁਮਾ ਕੇ ਰੱਖ ਦਿੱਤਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੰਪਿਊਟਰ ਕਿਵੇਂ ਚਲਾਈਏ, ਕਿੰਨਾ ਚਲਾਈਏ, ਇਸ ਦੇ ਬਿਨਾਂ ਸਰਦਾ ਹੈ ਨਹੀਂ ਸਰਦਾ। ਬੱਚਿਆਂ ਨੂੰ ਮਾਨਸਿਕ ਰੋਗਾਂ ਦਾ ਕੀ ਕਾਰਨ ਕੰਪਿਊਟਰ ਬਣਿਆ, ਔਰ ਕੰਪਿਊਟਰ ਨਾ ਹੋਵੇ ਤਾਂ ਸਾਡਾ ਫਿਊਚਰ ਕਿੱਧਰ ਜਾਏਗਾ। ਜੇ ਕੰਪਿਊਟਰ ਦੀ ਦੁਨੀਆ ਦੇ ਵਿੱਚ ਤੁਸੀਂ ਫਿਊਚਰ ਬਣਾਉਣਾ ਹੈ ਤਾਂ ਫਿਰ ਕਿਹੜੇ-ਕਿਹੜੇ ਖਿੱਤਿਆਂ ਦੇ ਵਿੱਚ ਤੁਸੀਂ ਜਾ ਕੇ ਆਪਣਾ ਭਵਿੱਖ ਬਣਾ ਸਕਦੇ ਹੋ। ਬਹੁਤ ਸਾਰੇ ਸਵਾਲ ਮੇਰੇ ਕੋਲ, ਔਰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਬੈਠਕ ਵਿਦ ਵਰੁਣ ਕੌਰ ਮਾਨ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਨਾ ਕੰਪਿਊਟਰ ਸਾਇੰਸ ਡਿਪਾਰਟਮੈਂਟ ਦੇ ਆਪਾਂ ਐਸੋਸੀਏਟ ਪ੍ਰੋਫੈਸਰ ਨੂੰ ਬੁਲਾ ਲਿਆ। KMV ਕਾਲਜ ਜਲੰਧਰ ਦੇ ਵਿੱਚ ਪੜ੍ਹਾਉਂਦੇ ਨੇ, ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾਉਂਦੇ ਨੇ ਤੇ ਮੈਨੂੰ ਪੂਰੀ ਉਮੀਦ ਹੈ ਸਾਨੂੰ ਵੀ ਅੱਜ ਬਹੁਤ ਕੁਝ ਦੱਸ ਕੇ ਜਾਣਗੇ। ਮੈਂ ਗੱਲ ਕਰ ਰਹੀ ਹਾਂ ਡਾਕਟਰ ਪ੍ਰਦੀਪ ਅਰੋੜਾ ਹੁਣਾਂ ਦੀ। ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ। ਧੰਨਵਾਦ ਵਰੁਣ ਜੀ, ਔਰ ਮੇਰਾ ਪੰਜਾਬ ਮੇਲ USA ਦੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ। ਮੇਰਾ ਸਤਿ ਸ਼੍ਰੀ ਅਕਾਲ, ਨਮਸਕਾਰ। ਦੇਖੋ ਨਾ ਪ੍ਰਦੀਪ ਜੀ, ਸਭ ਤੋਂ ਪਹਿਲਾਂ ਗੱਲ ਇਹ ਹੁੰਦੀ ਹੈ ਕਿ ਕੰਪਿਊਟਰ ਲੈ ਲਓ, ਕੰਪਿਊਟਰ ਬਿਨਾਂ ਨਹੀਂ ਸਰਦਾ, ਕੰਪਿਊਟਰ ਲੈ ਲਓ, ਕੰਪਿਊਟਰ ਬਿਨਾਂ ਨਹੀਂ ਸਰਦਾ। ਪਰ ਆਮ ਤੌਰ ਤੇ ਅਸੀਂ ਉਹਨਾਂ ਲੋਕਾਂ ਨੂੰ ਕਹਿੰਦੇ ਸੁਣਿਆ, ਵਰਤਦੇ ਹੋਏ ਲੋਕਾਂ ਨੂੰ ਸੁਣਿਆ, ਕੰਪਿਊਟਰ ਨੇ ਭਾਈ ਸਾਡੀ ਜ਼ਿੰਦਗੀ ਦਾ ਬਹੁਤ ਨੁਕਸਾਨ ਕਰਤਾ। ਵਰੁਣ ਜੀ, ਕੰਪਿਊਟਰ ਦੀ ਬਜਾਏ ਮੈਂ ਬ੍ਰੌਡਰ ਟਰਮ ਡਿਜੀਟਲ ਗੈਜਟ ਯੂਜ਼ ਕਰਾਂਗਾ। ਡਿਜੀਟਲ ਗੈਜਟ ਜਿਵੇਂ ਕਿ ਕੰਪਿਊਟਰ, ਲੈਪਟਾਪ, ਮੋਬਾਈਲ ਫੋਨਸ, ਆਈਪੈਡਸ, ਇਹ ਸਾਰੇ ਡਿਜੀਟਲ ਗੈਜਟਸ ਨੇ ਔਰ ਇਹ ਸਾਡੀ ਜ਼ਿੰਦਗੀ ਦਾ ਇੱਕ ਬੜਾ ਹੀ ਅਹਿਮ ਹਿੱਸਾ ਬਣ ਚੁੱਕੇ ਨੇ। ਪਰ ਅਸੀਂ ਇਹਨਾਂ ਨੂੰ ਯੂਜ਼ ਕਰਦੇ ਕਰਦੇ ਅਸੀਂ ਇਹਨਾਂ ਨੂੰ ਇਸ ਹੱਦ ਤੱਕ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਇਹਨਾਂ ਨੇ ਸਾਡੀ ਜਿਹੜੀ ਹੈਲਥ ਦੇ ਉੱਤੇ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਜੀ। ਔਰ ਇਹ ਨੁਕਸਾਨ ਦੋ ਤਰ੍ਹਾਂ ਨੇ ਹੈ, ਇੱਕ ਫਿਜ਼ੀਕਲ ਹੈਲਥ ਸਾਡੀ ਇਫੈਕਟ ਹੋ ਰਹੀ ਹੈ, ਇੱਕ ਮੈਂਟਲ ਹੈਲਥ ਇਫੈਕਟ ਹੋ ਰਹੀ ਹੈ ਜੀ। ਫਿਜ਼ੀਕਲ ਹੈਲਥ ਦੇ ਵਿੱਚ ਅਸੀਂ ਸਭ ਤੋਂ ਪਹਿਲੇ ਸ਼ੁਰੂਆਤ ਕਰਦੇ ਹਾਂ ਆਈਜ਼ ਦੀ। ਜਿਹੜੇ ਇਹ ਗੈਜਟਸ ਨੇ ਇੱਕ ਬਲੂ ਰੇਜ਼ ਐਮਿਟ ਕਰਦੇ ਨੇ ਜੀ, ਜਿਹੜੀ ਸਾਡੀ ਆਈਜ਼ ਨੂੰ ਇਫੈਕਟ ਕਰਦੀਆਂ ਨੇ, ਜਿਹਦੇ ਕਰਕੇ ਸਾਡੇ ਆਈਜ਼ ਦੇ ਵਿੱਚ ਡਰਾਈਨੈਸ ਆ ਜਾਂਦੀ ਹੈ ਜੀ। ਔਰ ਡਰਾਈਨੈਸ ਕਰਕੇ ਸਾਡੀ ਅੱਖਾਂ ਦੇ ਵਿੱਚ ਇਚਿੰਗ ਹੁੰਦੀ ਹੈ, ਰੈਡਨੈਸ ਹੋ ਜਾਂਦੀ ਹੈ ਔਰ ਬਲਰਨੈਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਸਾਡਾ ਵਿਜ਼ਨ ਡਿਸਆਰਡਰ ਹੋ ਜਾਂਦਾ ਹੈ। ਫਿਰ ਉਸ ਤੋਂ ਬਾਅਦ ਅਸੀਂ ਮੈਟਾਬੋਲਿਕ ਸਾਡੇ ਵਿੱਚ ਡਿਸਆਰਡਰ ਆ ਜਾਂਦਾ ਹੈ, ਜਿਵੇਂ ਕਿ ਅਸੀਂ ਕੰਪਿਊਟਰ ਦੇ ਉੱਤੇ ਬਹੁਤ ਜ਼ਿਆਦਾ ਦੇਰ ਕੰਮ ਕਰਦੇ ਹਾਂ, ਸਾਡੀ ਫਿਜ਼ੀਕਲ ਐਕਟੀਵਿਟੀ ਖਤਮ ਹੋ ਜਾਂਦੀ ਹੈ। ਫਿਜ਼ੀਕਲ ਐਕਟੀਵਿਟੀ ਖਤਮ ਹੋਣ ਤੋਂ ਬਾਅਦ ਕੀ ਹੁੰਦਾ ਹੈ, ਸਾਡਾ weight gain ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਅਸੀਂ ਬਹੁਤ ਦੇਰ ਜਦੋਂ ਅਸੀਂ ਲੈਗਸ ਨੀਚੇ ਕਰਕੇ ਬੈਠਦੇ ਹਾਂ ਜ਼ਿਆਦਾ ਟਾਈਮ, ਤਾਂ ਸਾਡੀ ਲੈਗਸ ਦੇ ਵਿੱਚ ਜਿਹੜਾ ਹੈ ਬਲੱਡ ਸਰਕੂਲੇਸ਼ਨਸ ਇਫੈਕਟ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਬਲੱਡ ਸਰਕੂਲੇਸ਼ਨਸ ਇਫੈਕਟ ਹੁੰਦੀ ਹੈ ਤਾਂ ਗ੍ਰੈਜੂਅਲੀ ਹੌਲੀ ਸਾਡਾ ਹਾਰਟ ਦੇ ਉੱਤੇ ਇਫੈਕਟ ਆਉਣਾ ਸ਼ੁਰੂ ਹੋ ਜਾਂਦਾ ਹੈ ਜੀ। ਔਰ ਬਹੁਤ ਸਾਰੇ ਕੇਸਿਸ ਦੇ ਵਿੱਚ ਸਾਡੇ ਜਿਹੜੀ ਬੋਨ ਹੈ ਔਰ ਵਾਈਟਲ ਆਰਗਨਸ ਜਿਹੜੇ ਹੈ ਉਹਨਾਂ ਦੀ ਵੀ ਜਿਹੜੀ ਓਰੀਐਂਟੇਸ਼ਨਸ ਵਿਗੜ ਜਾਂਦੀ ਹੈ। ਇਸ ਤੋਂ ਇਲਾਵਾ ਇੱਕ ਰੈਪੀਟੇਟਿਵ ਜਿਹੜਾ ਹੈ ਸਟ੍ਰੇਨ ਇੰਜਰੀ ਹੁੰਦੀ ਹੈ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਕੰਪਿਊਟਰਸ ਦੇ ਵਿੱਚ ਕੀਬੋਰਡਸ ਨੂੰ ਔਰ ਮਾਊਸ ਨੂੰ ਬਹੁਤ ਜ਼ਿਆਦਾ ਤੇ ਆਪਾਂ ਯੂਜ਼ ਕਰਦੇ ਹਾਂ ਔਰ ਰੋਂਗਲੀ ਯੂਜ਼ ਕਰਦੇ ਹਾਂ, ਤਾਂ ਸਾਡੀ ਜਿਹੜੀ ਇਹ ਫਿੰਗਰਸ ਦਾ ਇਹ ਵਾਲਾ ਪਾਰਟ ਜਿਹੜਾ ਇੱਥੇ ਪੇਨ ਸ਼ੁਰੂ ਹੋ ਜਾਂਦੀ ਹੈ। ਮੈਂ ਨਾ ਤੁਹਾਡੀ ਗੱਲ ਰੋਕ ਰਹੀ ਹਾਂ, ਜਿੱਦਾਂ ਮਾਊਸ ਨੂੰ ਵੀ ਯੂਜ਼ ਕਰਨ ਦਾ ਸਹੀ ਤਰੀਕਾ ਹੁੰਦਾ ਕੰਪਿਊਟਰ ਦਾ, ਉਸ ਨੂੰ ਵੀ ਅਸੀਂ ਗਲਤ ਤਰੀਕੇ ਨਾਲ ਯੂਜ਼ ਕਰਦੇ ਹਾਂ। ਮੈਂ ਤੁਹਾਡੇ ਨਾਲ ਇਹ ਪੋਸਚਰ ਸਾਰੇ ਡਿਸਕਸ ਕਰੂੰਗਾ ਜੀ। ਔਰ ਸਾਡੀ ਇਹ ਫਿੰਗਰਸ ਦੇ ਵਿੱਚ ਪੇਨ ਸ਼ੁਰੂ ਹੋ ਜਾਂਦੀ ਹੈ, ਰੈਪੀਟੇਟਿਵ ਸਟ੍ਰੇਨ ਇੰਜਰੀ ਕਹਿੰਦੇ ਹੈ ਇਹਨੂੰ। ਅੱਛਾ ਜੀ। ਔਰ ਸਾਡੀਆਂ ਕਲਾਈਆਂ ਦੇ ਵਿੱਚ ਪੇਨ ਸ਼ੁਰੂ ਹੋ ਜਾਂਦੀ ਹੈ। ਔਰ ਇਹ ਜਿਹੜੇ ਇਫੈਕਟਸ ਹੈ ਸਾਡੀ ਬਾਡੀ ਦੇ ਉੱਤੇ ਬਹੁਤ ਜ਼ਿਆਦਾ ਆ ਜਾਂਦੇ ਹੈ। ਔਰ ਜਦੋਂ ਅਸੀਂ ਇੱਥੇ ਸੀਗੇ ਸਾਡੇ ਫਿਜ਼ੀਕਲ ਇਸ਼ੂਜ਼,
ਔਰ ਅਸੀਂ ਮੈਂਟਲ ਇਸ਼ੂਜ਼ ਦੀ ਵੀ ਗੱਲ ਕਰਦੇ ਹਾਂ। ਜਦੋਂ ਅਸੀਂ ਮੋਬਾਈਲ ਫੋਨਸ ਨੂੰ ਯੂਜ਼ ਕਰਦੇ ਹਾਂ, ਬਲੂ ਰੇਜ਼ ਦੇ ਨਾਲ ਕੀ ਹੁੰਦਾ ਹੈ, ਸਾਡੀ ਸਲੀਪ ਇਫੈਕਟ ਹੋਣੀ ਸ਼ੁਰੂ ਹੋ ਜਾਂਦੀ ਹੈ। ਰਾਤ ਨੂੰ ਤੁਸੀਂ ਗੌਰ ਕਰਿਓ, ਅਸੀਂ ਬਹੁਤ ਜ਼ਿਆਦਾ ਦੇਰ ਮੋਬਾਈਲ ਫੋਨ ਫੜ ਕੇ ਬੈਠੇ ਰਹਿੰਦੇ ਹਾਂ ਜੀ, ਔਰ ਉਸ ਦੇ ਨਾਲ ਕੀ ਹੁੰਦਾ, ਸਾਡੀ ਜਿਹੜੀ ਨਾਰਮਲ ਨੀਂਦ ਹੁੰਦੀ ਹੈ ਉਹ ਡਿਲੇ ਹੁੰਦੀ ਜਾਂਦੀ ਹੈ ਔਰ ਆਪਣੇ ਨਾਰਮਲ ਅਸੀਂ 30 ਮਿੰਟ 40 ਮਿੰਟ ਲੇਟ ਸੌਂਦੇ ਹਾਂ। ਬਿਲਕੁਲ। ਔਰ ਸਾਡੀ ਇੱਕ ਹੋਰ ਗਲਤ ਹੈਬਿਟ ਬਣ ਗਈ ਹੈ, ਅਸੀਂ ਅੱਧੀ ਰਾਤ ਨੂੰ ਕਈ ਵਾਰ ਨੀਂਦ ਖੁੱਲ ਜਾਂਦੀ ਹੈ ਤਾਂ ਫੋਨ ਸਾਡੇ ਲਾਗੇ ਪਿਆ ਹੁੰਦਾ ਹੈ, ਅਸੀਂ ਉਠਾ ਕੇ WhatsApp ਚੈੱਕ ਕਰਨਾ ਸ਼ੁਰੂ ਕਰ ਦਿੰਦੇ ਹਾਂ, ਸੋਸ਼ਲ ਮੀਡੀਆ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਹਾਂ ਔਰ ਉਸ ਤੋਂ ਬਾਅਦ ਸਾਨੂੰ ਨੀਂਦ ਨਹੀਂ ਆਉਂਦੀ। ਸਿੱਧੇ ਨਾਲ ਸਾਡਾ ਸਲੀਪ ਡਿਸਆਰਡਰ ਹੋ ਜਾਂਦਾ ਹੈ ਔਰ ਸਵੇਰੇ ਕੀ ਹੁੰਦਾ ਹੈ, ਸਾਡੇ ਦੇ ਵਿੱਚ ਸਲੀਪ ਡਿਸਆਰਡਰ ਦੇ ਨਾਲ ਹੌਲੀ ਹੌਲੀ ਸਾਡੇ ਦੇ ਵਿੱਚ ਮੈਂਟਲ ਜਿਹੜੇ ਇਸ਼ੂਜ਼ ਆਉਣੇ ਸ਼ੁਰੂ ਹੋ ਜਾਂਦੇ ਹੈ, ਐਂਗਰ ਆਉਣਾ ਸ਼ੁਰੂ ਹੋ ਜਾਂਦਾ ਹੈ, ਐਂਜ਼ਾਈਟੀ ਆ ਜਾਂਦੀ ਹੈ ਔਰ ਡਿਪਰੈਸ਼ਨ ਆ ਜਾਂਦਾ ਹੈ। ਸੋ ਇਸ ਕਰਕੇ ਕੰਪਿਊਟਰਸ ਜਿਹੜੇ ਹੈ, ਡਿਜੀਟਲ ਗੈਜਟਸ ਹੈ ਜਿਹੜੇ, ਇਹਨਾਂ ਨੂੰ ਜੇ ਅਸੀਂ ਬਹੁਤ ਜ਼ਿਆਦਾ ਦੇਰ ਯੂਜ਼ ਕਰਾਂਗੇ ਤਾਂ ਸਾਡੇ ਫਿਜ਼ੀਕਲ ਇਸ਼ੂਜ਼ ਔਰ ਮੈਂਟਲ ਇਸ਼ੂਜ਼ ਬਹੁਤ ਜ਼ਿਆਦਾ ਆ ਜਾਣਗੇ ਸਾਡੇ। ਪਰ ਮੇਰਾ ਨਾ ਧਿਆਨ ਹਲੇ ਵੀ ਮਾਊਸ ਤੇ ਹੀ ਅਟਕਿਆ ਹੋਇਆ। ਕਈ ਵਾਰੀ ਮੈਨੂੰ ਵੀ ਅਕਸਰ ਲੱਗਦਾ ਹੁੰਦਾ ਸੀਗਾ ਕਿ ਜਦੋਂ ਮੈਂ ਡਿਊਰਿੰਗ ਸਟੱਡੀ ਜਾਂ ਆਪਣੇ ਕਿਸੇ ਹੋਰ ਕੰਮਾਂ ਦੇ ਦੌਰਾਨ ਮਾਊਸ ਯੂਜ਼ ਕਰਦੀ ਹਾਂ ਨਾ, ਮੇਰਾ ਆਹ ਹੱਥ ਤੇ ਖਾਰਜ ਹੋਣ ਲੱਗ ਜਾਂਦੀ। ਕਈ ਵਾਰੀ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਵਹਿਮ ਹੀ ਪੈ ਰਿਹਾ ਕਿ ਮੇਰਾ ਹੱਥ ਸੁੱਜ ਰਿਹਾ ਜਾਂ ਮੇਰੇ ਹੱਥ ਤੇ ਖਾਜ ਹੋ ਰਹੀ ਆ। ਇੱਕ ਦੋ ਵਾਰੀ ਫਿਰ ਬੰਦਾ ਕਹਿੰਦਾ ਨਾ, ਇਹ ਕੰਮ ਕਰਕੇ ਦੇਖੋ ਹੁੰਦਾ ਆ, ਛੱਡ ਕੇ ਦੇਖੋ ਨਹੀਂ ਹੁੰਦਾ। ਸੋ ਇਸ ਦਰਮਿਆਨ ਮੈਂ ਦੇਖਿਆ ਕਿ ਹਾਂ, ਮੇਰੇ ਹੱਥ ਤੇ ਖਾਰਿਸ਼ ਹੋਣ ਲੱਗ ਜਾਂਦੀ ਆ। ਪਰ ਕਈ ਵਾਰ ਇੱਦਾਂ ਵੀ ਹੋਇਆ, ਕਈ ਮਾਊਸ ਪਕੜ ਕੇ ਖਾਜ ਹੁੰਦੀ ਆ ਹੱਥ ਤੇ, ਕਈ ਮਾਊਸ ਪਕੜ ਕੇ ਨਹੀਂ ਹੁੰਦੀ। ਜਾਂ ਇਹ ਕੰਪਨੀ ਦਾ ਹੁੰਦਾ ਆ ਜਾਂ ਇਲੈਕਟ੍ਰਿਸਿਟੀ ਦਾ ਹੁੰਦਾ ਆ, ਕਿੱਦਾਂ ਮਾਊਸ ਪਕੜੀਏ? ਇਹਦੇ ਮੈਂ ਤੁਹਾਨੂੰ ਇਹਦੇ ਸਾਰੇ ਚੀਜ਼ਾਂ ਹੀ ਡਿਸਕਸ ਕਰਾਂਗਾ। ਸਭ ਤੋਂ ਪਹਿਲੇ ਮੈਂ ਮਾਊਸ ਦੇ ਨਾਲ ਮੈਂ ਪਹਿਲੇ ਆਈਸ ਤੋਂ ਆਉਣਾ ਤੁਹਾਡੇ। ਦੇਖੋ, ਆਈਸ ਨੂੰ ਪ੍ਰੋਟੈਕਟ ਕਰਨ ਵਾਸਤੇ ਸਾਨੂੰ ਨਾ ਇੱਕ ਐਕਸਪਰਟਸ ਨੇ ਇੱਕ ਜਿਹੜੀ ਹੈ ਟੈਕਨੋਲੋਜੀ ਟੈਕਨੀਕ ਦੱਸੀ ਹੈ, 20-20 ਦੱਸੀ ਹੈ ਜੀ, 20-20-20। ਇਸ ਟੈਕਨੀਕ ਦੇ ਵਿੱਚ ਕੀ ਹੈ ਕਿ ਸਾਨੂੰ ਜਦੋਂ ਅਸੀਂ ਕੰਪਿਊਟਰ ਲਗਾਤਾਰ ਯੂਜ਼ ਕਰਦੇ ਹਾਂ ਤਾਂ ਸਾਨੂੰ ਹਰ 20 ਮਿੰਟ ਬਾਅਦ ਸਕਰੀਨ ਤੋਂ ਧਿਆਨ ਹਟਾਉਣਾ ਹੈ ਔਰ 20 ਫੀਟ ਦੂਰ 20 ਸੈਕਿੰਡ ਲਈ ਅਸੀਂ ਕਿਸੇ ਆਬਜੈਕਟ ਵੱਲ ਦੇਖਣਾ ਹੈ। ਇਹਦਾ ਮੈਂ ਕਾਰਨ ਕੀ ਹੈ, ਕਿਉਂਕਿ ਜਿਹੜੀ ਸਾਡੀ ਹਿਊਮਨ ਅੱਖ ਹੈ ਨਾ, ਉਹ 1 ਮਿੰਟ 'ਚ 20 ਟਾਈਮਸ ਬਲਿੰਕ ਕਰਦੀ ਹੈ ਔਨ ਐਨ ਐਵਰੇਜ। ਜਦੋਂ ਬਲਿੰਕ ਕਰਦੀ ਹੈ ਤਾਂ ਸਾਡੇ ਅੱਖਾਂ ਦੇ ਵਿੱਚ ਫਲੂਇਡ ਹੁੰਦਾ ਹੈ, ਜਿਹਨੂੰ ਆਪਾਂ ਆਂਸੂ ਕਹਿ ਦਿੰਦੇ ਹਾਂ, ਉਹ ਸਾਡੀ ਅੱਖ ਦੇ ਵਿੱਚ ਇਕੁਅਲੀ ਡਿਸਟ੍ਰੀਬਿਊਟ ਹੁੰਦੇ ਹੈ। ਜਦੋਂ ਡਿਸਟ੍ਰੀਬਿਊਟ ਹੁੰਦਾ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡੀ ਅੱਖਾਂ ਦੇ ਵਿੱਚ ਡਰਾਈਨੈਸ ਨਹੀਂ ਆਉਂਦੀ ਹੈ ਔਰ ਡਰਾਈਨੈਸ ਹੀ ਮੇਨ ਅੱਖਾਂ ਦੇ ਵਿੱਚ ਜਿਹੜਾ ਇਸ਼ੂ ਹੈ, ਇਚਿੰਗ ਦਾ, ਰੈਡਨੈਸ ਦਾ, ਬਲਰਨੈਸ ਦਾ। ਤਾਂ 20-20 ਟੈਕਨੀਕ ਦੇ ਵਿੱਚ ਸਾਨੂੰ ਜਦੋਂ ਅਸੀਂ ਕੰਪਿਊਟਰ 'ਤੇ ਲਗਾਤਾਰ ਦੇਖਦੇ ਰਹਿੰਦੇ ਹਾਂ, ਟਕਟਕੀ ਲਗਾ ਕੇ ਪੜ੍ਹਦੇ ਹਾਂ, ਸਾਡੀ ਬਲਿੰਕਨੈਸ ਘਟ ਜਾਂਦੀ ਹੈ। ਬਲਿੰਕਨੈਸ ਘਟੇਗੀ, ਕੀ ਹੋਏਗਾ? ਡਰਾਈਨੈਸ ਆਏਗੀ। ਕਲੀਅਰ ਹੈ? ਸੋ ਟੈਕਨੀਕ ਦੇ ਵਿੱਚ ਕੀ ਹੈ ਕਿ ਸਾਨੂੰ ਕੰਪਿਊਟਰ ਤੋਂ ਹਰ 20 ਮਿੰਟ ਬਾਅਦ ਕਿਸੇ ਮੋਬਾਈਲ ਫੋਨ ਤੋਂ ਜੋ ਵੀ ਯੂਜ਼ ਕਰ ਰਹੇ ਹਾਂ ਇਲੈਕਟ੍ਰਿਕ ਗੈਜਟ, ਧਿਆਨ ਹਟਾਉਣਾ ਹੈ, 20 ਫੀਟ ਦੂਰ ਕਿਸੇ ਵੀ ਆਬਜੈਕਟ ਵੱਲ 20 ਸੈਕਿੰਡ ਲਈ ਦੇਣਾ ਹੈ, ਦੇਖਣਾ ਹੈ, ਤਾਂ ਕਿ ਸਾਡੀ ਜਿਹੜੀ ਅੱਖਾਂ ਹੈ ਉਹ ਰੀਫਰੈਸ਼ ਹੋਣ। ਫਿਰ ਰੀਫਰੈਸ਼ ਹੋ ਕੇ ਸਾਨੂੰ ਵਾਪਸ ਆਪਣੀ ਸਕਰੀਨ ਵੱਲ ਆਉਣਾ ਹੈ ਔਰ ਇਹ ਪ੍ਰੋਸੈਸ ਸਾਨੂੰ ਹਰ 20 ਮਿੰਟ ਬਾਅਦ ਰਿਪੀਟ ਕਰਦੇ ਰਹਿਣਾ ਹੈ। ਹੁਣ ਤੁਸੀਂ ਗੱਲ ਕੀਤੀ ਮਾਊਸ ਦੇ, ਹੁਣ ਮੈਂ ਉਸ ਦੇ ਵਿੱਚ ਸਿਟਿੰਗ ਪੋਸਚਰ ਦੀ ਗੱਲ ਕਰਾਂਗਾ ਜੀ, ਕਿਉਂਕਿ ਸਾਡੇ ਜਿਹੜੇ ਮੇਨ ਇਸ਼ੂਜ਼ ਜਿਹੜੇ ਆਏ ਨਾ ਸਾਡੇ ਵਿੱਚ, ਸਾਡੇ ਤੁਸੀਂ ਨੋਟ ਇੱਕ ਹੋਰ ਤੁਸੀਂ ਇਸ ਦੇ ਨਾਲ ਮਾਊਸ ਦੇ ਨਾਲ ਸ਼ਾਇਦ ਤੁਸੀਂ ਇਹ ਵੀ ਨੋਟ ਕੀਤਾ ਹੋਣਾ ਹੈ, ਬਹੁਤ ਜ਼ਿਆਦਾ ਦੇਰ ਯੂਜ਼ ਕਰਨ ਨਾਲ ਸਾਡੇ ਨੈਕ ਪੇਨ, ਸ਼ੋਲਡਰ ਪੇਨ, ਬੈਕ ਪੇਨ, ਇਹ ਸਾਰੇ ਸਾਡੇ ਇਸ਼ੂਜ਼ ਆਉਂਦੇ ਆ, ਹੈਡੇਕ ਵੀ ਹੁੰਦੀ ਹੈ ਸਾਡੇ ਕੋਲ। ਸੋ ਇਹ ਸਾਰਾ ਕਾਜ਼ ਜਿਹੜਾ ਹੈ ਰੋਂਗ ਸਿਟਿੰਗ ਪੋਸਚਰ ਕਰਕੇ ਹੈ, ਕਿਉਂਕਿ ਅਸੀਂ ਕੰਪਿਊਟਰ ਦੇ ਅੱਗੇ ਬੈਠਦੇ ਹਾਂ, ਜ਼ਿਆਦਾ ਦੇਰ ਬੈਠਦੇ ਹਾਂ, ਅਸੀਂ ਕੈਜੂਅਲ ਅਪਰੋਚ ਹੁੰਦੇ ਜਾਂਦੇ ਹਾਂ ਔਰ ਰੋਂਗ ਸਿਟਿੰਗ ਪੋਸਚਰ ਸਾਡਾ ਹੋ ਜਾਂਦਾ ਹੈ। ਹੁਣ ਸਾਡਾ ਰੋਂਗ ਸਿਟਿੰਗ ਪੋਸਚਰ ਨਾਲ ਕੀ ਹੁੰਦਾ ਹੈ, ਸਾਡੀ ਹੈਲਥ, ਇਹ ਸਾਰੇ ਜਿਹੜੇ ਹੈ ਸਾਡੇ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਛਾ ਜੀ। ਸੋ ਇਹਦੇ ਵਿੱਚ ਵੀ ਸਾਡੇ ਕੋਲ ਇੱਕ 90-90-90 ਟੈਕਨੀਕ ਹੈ। ਅੱਛਾ ਜੀ। 90-90 ਟੈਕਨੀਕ ਦੇ ਵਿੱਚ ਕੀ ਹੈ, ਸਾਡੀ ਐਲਬੋਜ਼ ਜਿਹੜੀਆਂ ਨੇ, ਇਹ ਐਲਬੋਜ਼ ਇਹ ਸਾਡੀ 90 ਡਿਗਰੀ ਦੇ ਐਂਗਲ 'ਤੇ ਹੋਣੀਆਂ ਚਾਹੀਦੀਆਂ। ਜਿੱਦਾਂ ਮੈਂ ਤੁਹਾਡੇ ਨਾਲ ਇੱਥੇ ਬੈਠ ਕੇ ਗੱਲ ਕਰ ਰਿਹਾ, ਟੇਬਲ ਦੇ ਉੱਤੇ ਕੰਪਿਊਟਰ ਪਿਆ ਹੈ, ਸਕਰੀਨ ਪਈ ਹੈ, ਤਾਂ ਮੇਰੀ ਜਿਹੜੀ ਹੈ ਇਹ ਵਾਲੀ ਚੀਜ਼ ਹੈ ਬਿਲਕੁਲ 90 ਦੇ ਐਂਗਲ 'ਤੇ ਇਸ ਤਰ੍ਹਾਂ ਹੋਣੀ ਚਾਹੀਦੀ ਹੈ, ਇਹਨਾਂ ਦੇ ਵਿੱਚ ਔਰ ਇਹਦੇ ਵਿੱਚ ਜੀ। ਇਹ 90 ਦਾ ਜਿਹੜਾ ਐਂਗਲ ਹੈ, ਮੇਰੀਆਂ ਫਲੈਟ ਹੋਣੀ ਚਾਹੀਦੀਆਂ ਟੇਬਲ ਦੇ ਉੱਤੇ। ਇਹ ਵਾਲੀ ਰਿਸਟ ਪੈਰਲਲ ਰਹਿਣਗੀਆਂ, ਬਲੱਡ ਸਰਕੂਲੇਸ਼ਨ ਨਾਰਮਲ ਰਹੇਗੀ। ਠੀਕ ਹੈ। ਸੋ ਉਸ ਤੋਂ ਬਾਅਦ ਇਹ ਤੁਹਾਡੀਆਂ ਐਲਬੋ ਹੋ ਗਈਆਂ। ਹੁਣ ਮੈਂ ਹਿਪਸ ਦੇ ਵੱਲ ਆਉਣਾ ਹੈ। ਹਿਪਸ ਜਦੋਂ ਮੈਂ ਟੇਬਲ 'ਤੇ ਬੈਠਾ ਹੈ, ਇਹ ਵੀ 90 ਦਾ ਡਿਗਰੀ ਦਾ ਐਂਗਲ ਹੋਣਾ ਚਾਹੀਦਾ ਪ੍ਰੋਪਰ। ਮੈਂ ਇੱਦਾਂ ਬੈਂਡ ਇੱਦਾਂ ਨਾ ਝੁੱਕ ਕੇ ਨਾ ਬੈਠਾ, ਇਟ ਸ਼ੁੱਡ ਬੀ ਐਟ 90 ਡਿਗਰੀ ਐਂਗਲ ਹੋਣਾ ਚਾਹੀਦਾ। ਫਿਰ ਜਿਹੜੀਆਂ ਮੇਰੀਆਂ ਲੈਗਸ ਨੇ, ਠੀਕ ਹੈ, ਜਿਹੜੀਆਂ ਮੇਰੀਆਂ ਨੀਜ਼ ਨੇ, ਇਹ ਨੀਜ਼ ਜਿਹੜੀਆਂ ਹੈ ਇਸ ਚੇਅਰ ਦੇ ਰਿਸਪੈਕਟ ਟੂ 90 ਡਿਗਰੀ ਦੇ ਐਂਗਲ 'ਤੇ ਹੋਣੀਆਂ ਚਾਹੀਦੀਆਂ। ਓਕੇ। ਫਿਰ ਇਹ ਮੇਰਾ ਸਿਟਿੰਗ ਪੋਸਚਰ ਹੈ ਜਿਹੜਾ ਮੇਰੇ ਟੇਬਲ ਦੇ ਉੱਤੇ ਆਏਗਾ। ਔਰ ਜਿਹੜੇ ਮੇਰੇ ਸ਼ੂਜ਼, ਜਿਹੜੇ ਮੇਰੇ ਪੈਰ ਹੈ, ਫੁੱਟ ਜਿਹੜੇ ਹੈ ਉਹ
ਪਲੇਨ ਫਲੈਟ ਹੋਣੇ ਚਾਹੀਦੇ ਹੈ, ਜ਼ਮੀਨ ਨੂੰ ਟੱਚ ਕਰਦੇ ਹੋਣੇ ਚਾਹੀਦੇ ਹੈ। ਜੇ ਨਹੀਂ ਟੱਚ ਕਰ ਰਹੇ ਤਾਂ ਤੁਸੀਂ ਦੇਖਿਆ ਹੋਣਾ ਆਫਿਸ ਦੇ ਵਿੱਚ ਜ਼ਿਆਦਾਤਰ ਲੋਕਾਂ ਨੇ ਇੱਕ ਲੱਕੜ ਦਾ ਇੱਕ ਫਲੈਟ ਜਾਂ ਰੱਖੀ ਹੁੰਦੀ ਹੈ, ਤੁਸੀਂ ਆਪਣੇ ਉਸ ਹਿਸਾਬ ਨਾਲ ਕਰ ਲਓ, ਠੀਕ ਹੈ। ਔਰ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਆਪਣੀ ਇੱਕ ਚੇਅਰ ਲੈਣੀ ਹੈ, ਔਰ ਉਹ ਚੇਅਰ ਤੁਹਾਡੀ ਜਿਹੜੀ ਹੈ ਵਰਟੀਕਲੀ ਉਹਦੇ ਵਿੱਚ ਮੋਸ਼ਨ ਹੋਏ, ਅਪ ਔਰ ਡਾਊਨ ਮੋਸ਼ਨ ਹੋਏ, ਐਡਜਸਟ ਕਰ ਸਕੋ ਉਹਨੂੰ। ਔਰ ਚੇਅਰ ਦੀ ਜਿਹੜੀ ਬੈਕ ਹੈ ਉਹ ਹਾਰਡ ਨਾ ਹੋਏ, ਉਹਦੇ ਵਿੱਚ ਮੋਸ਼ਨ ਹੋਏ, ਤਾਂ ਕਿ ਤੁਸੀਂ ਥੋੜਾ ਬੈਂਡ ਕਰ ਸਕੋ, ਤੁਹਾਡਾ ਥੋੜਾ ਐਕਸਰਸਾਈਜ਼ ਵਾਲਾ ਮੋਡ ਹੋਏ। ਔਰ ਜਦੋਂ ਤੁਸੀਂ ਸਕਰੀਨ ਦੇ ਉੱਤੇ ਕੰਪਿਊਟਰ ਰੱਖਿਆ ਹੈ, ਉਹ ਕੰਪਿਊਟਰ ਜਿਹੜਾ ਹੈ ਤੁਹਾਡੀ ਸਕਰੀਨ ਹੈ ਉਸ ਦੀ ਕੰਪਿਊਟਰ ਦੀ, ਤੁਹਾਡੀ ਅੱਖਾਂ ਦੇ ਰਿਸਪੈਕਟ ਟੂ ਜਿਹੜਾ ਉਹਦਾ ਟੌਪ ਹੈ 1 ਇੰਚ ਨੀਚੇ ਹੋਣਾ ਚਾਹੀਦਾ ਹੈ, ਤਾਂ ਕਿ ਤੁਹਾਡੀ ਅੱਖਾਂ ਦਾ ਜਿਹੜਾ ਸਕਰੀਨ ਦੇ ਰਿਸਪੈਕਟ ਟੂ ਵਿਜ਼ਨ ਹੈ ਉਹ ਪੈਰਲਲ ਹੋਏ। ਔਰ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਜਿਹੜੇ ਰੈਪੀਟੇਟਿਵ ਜਿਹੜੀਆਂ ਸਟ੍ਰੇਨ ਇੰਜਰੀ ਹੈ ਇਹ ਔਰ ਇਹ, ਇਸ ਦੇ ਵਿੱਚ ਜਦੋਂ ਅਸੀਂ ਕੀਬੋਰਡ ਔਰ ਮਾਊਸ ਦੇ ਉੱਤੇ ਕੰਮ ਕਰਦੇ ਹਾਂ ਤਾਂ ਸਾਡਾ ਜਿੱਦਾਂ ਕਈ ਵਾਰੀ ਅਸੀਂ ਇਦਾਂ ਬੈਂਡ ਕਰਕੇ ਕੰਮ ਕਰਦੇ ਹਾਂ ਜੀ, ਔਰ ਕਈ ਵਾਰੀ ਇਸ ਤਰ੍ਹਾਂ ਬੈਂਡ ਕਰਕੇ ਕੰਮ ਕਰਦੇ ਹਾਂ, ਤੁਹਾਨੂੰ ਬਿਲਕੁਲ ਫਲੈਟ ਹੱਥ ਰੱਖਣੇ ਹੈ। ਓਕੇ, ਜਦੋਂ ਤੁਸੀਂ ਕੀਬੋਰਡ ਯੂਜ਼ ਕਰਨਾ ਹੈ ਤੁਹਾਡਾ ਪੋਸਚਰ ਜਿਹੜਾ ਬਿਲਕੁਲ ਫਲੈਟ ਤੁਹਾਡੀ ਫਿੰਗਰਸ ਦਾ ਹੋਣਾ ਚਾਹੀਦਾ ਹੈ, ਤਾਂ ਕਿ ਤੁਹਾਡਾ ਜਿਹੜਾ ਬਲੱਡ ਸਰਕੂਲੇਸ਼ਨਸ ਪ੍ਰੋਪਰ ਰਹੇ। ਉਦਾਂ ਨਾ ਮੈਂ ਤੁਹਾਡੀ ਗੱਲ ਰੋਕ ਰਹੀ ਹਾਂ, ਜਿੱਦਾਂ ਇਹ ਬੰਦਾ ਕਿੰਨੀ ਕੁ ਦੇਰ ਇਦਾਂ ਕਰਕੇ ਬਹਿ ਸਕਦਾ? ਦੇਖੋ, ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਤਾਂ ਤੁਹਾਡੇ ਸਾਈਡ ਜਿਹੜੇ ਹੈਲਥ ਇਸ਼ੂਜ਼ ਆਉਣੇ ਸ਼ੁਰੂ ਹੋ ਜਾਣਗੇ। ਅਲਟੀਮੇਟਲੀ ਮੈਂ ਤੁਹਾਨੂੰ ਉਹੀ ਦੱਸਿਆ। ਇਸ ਤੋਂ ਇਲਾਵਾ ਹੁਣ ਇਹਦੇ ਵਿੱਚ ਕੀ ਹੈ, ਇਸ ਦੇ ਵਿੱਚ ਇੱਕ ਕਰੈਕਸ਼ਨ ਤੁਹਾਨੂੰ ਮੈਂ ਦੱਸ ਰਿਹਾ ਕਿ ਹਰ 1 ਘੰਟੇ ਬਾਅਦ ਤੁਹਾਨੂੰ ਆਪਣੀ ਸੀਟ ਤੋਂ ਉੱਠਣਾ ਹੈ, 5 ਮਿੰਟ ਲਈ 5-6 ਮਿੰਟ ਲਈ ਤੁਹਾਨੂੰ ਵਾਕ ਕਰਨੀ ਹੈ। ਤੁਸੀਂ ਦੱਸਿਆ ਨਾ ਕਿਸ ਤਰ੍ਹਾਂ ਰੁਕ ਸਕਦਾ ਹੈ, ਤਾਂ ਉਹਦੇ ਲਈ 1 ਘੰਟੇ ਬਾਅਦ ਤੁਸੀਂ ਨਾਰਮਲ ਐਟ ਐਨ ਐਵਰੇਜ ਤੁਹਾਨੂੰ ਮੈਂ ਦੱਸ ਰਿਹਾ 1 ਘੰਟੇ ਬਾਅਦ ਤੁਸੀਂ ਉੱਠ ਕੇ ਚੱਕਰ ਲਗਾ ਕੇ ਆਣਾ ਹੈ, ਫਿਜ਼ੀਕਲ ਮੂਵਮੈਂਟ ਕਰਨੀ ਹੈ, ਥੋੜਾ ਸਟ੍ਰੈਚਿੰਗ ਕਰਨੀ ਹੈ, ਤਾਂ ਕਿ ਤੁਹਾਡਾ ਬਲੱਡ ਜਿਹੜਾ ਹੈ ਬਾਡੀ ਦੇ ਵਿੱਚ ਪ੍ਰੋਪਰਲੀ ਸਰਕੂਲੇਟ ਕਰ ਸਕੇ। ਬਿਲਕੁਲ, ਆਮ ਤੌਰ ਤੇ ਅਸੀਂ ਨਾ ਸੁਣਦੇ ਹਾਂ ਮਾਂ-ਬਾਪ ਦੇ ਕੋਲੋਂ ਕਿ ਬੱਚਿਆਂ ਨੂੰ ਮੋਬਾਈਲ ਨਹੀਂ ਯੂਜ਼ ਕਰਨਾ ਚਾਹੀਦਾ, ਡਾਕਟਰ ਵੀ ਕਹਿ ਦਿੰਦੇ ਆ ਬੱਚਿਆਂ ਨੂੰ ਮੋਬਾਈਲ ਨਹੀਂ ਯੂਜ਼ ਕਰਨਾ ਚਾਹੀਦਾ। ਗੱਲ ਹੁਣ ਆਪਾਂ ਇਹੀ ਸੇਮ ਕੰਪਿਊਟਰ ਤੇ ਲਾਗੂ ਕਰ ਦਿੰਦੇ, ਕਿਉਂਕਿ ਦੋਨਾਂ ਦੇ ਜ਼ਰੀਏ ਰੇਜ਼ਿਸ ਆਉਂਦੀਆਂ, ਦੋਨੋਂ ਇਲੈਕਟ੍ਰੋਨਿਕ ਡਿਜੀਟਲ ਚੀਜ਼ਾਂ ਨੇ, ਹਨਾ। ਉਹੀ ਚੀਜ਼ਾਂ ਆਪਾਂ ਕੰਪਿਊਟਰ ਤੇ ਦੇਖ ਸਕਦੇ ਹਾਂ, ਉਹੀ ਆਪਾਂ ਮੋਬਾਈਲ ਤੇ ਦੇਖ ਸਕਦੇ ਹਾਂ। ਕਿਤੇ ਨਾ ਕਿਤੇ ਇਫੈਕਟ ਤਾਂ ਦੋਨਾਂ ਦਾ ਸੇਮ ਪੈ ਰਿਹਾ, ਬਸ ਨੈਟਵਰਕ ਹੀ ਆ ਉਹ, ਜੇ ਵਾਈਫਾਈ ਜੁੜ ਗਿਆ ਨੈਟਵਰਕ ਦੋਨਾਂ ਦਾ ਬੱਚੇ ਦੀ ਸਿਹਤ ਤੇ ਅਸਰ ਕਰ ਰਿਹਾ। ਹੁਣ ਕਈ ਵਿਚਾਰੇ ਬੱਚੇ ਆ ਨਰਸਰੀ 'ਚ ਕਦੀ ਉਹਨਾਂ ਨੂੰ ਲਾਗੇ ਵੀ ਨਹੀਂ ਸੀ ਬਹਿਣ ਦਿੰਦੇ ਹੁੰਦੇ, ਹੁਣ ਕਰੋਨਾ ਨੇ ਕੋਲ ਬਹਿਣ ਨੂੰ ਦੇ ਦਿੱਤਾ। ਬੱਚਿਆਂ ਦੇ ਉੱਤੇ ਕੰਪਿਊਟਰ ਨੇ ਤਾਂ ਬਹੁਤ ਨੁਕਸਾਨ ਪਾ ਦਿੱਤਾ। ਬਿਲਕੁਲ, ਬਹੁਤ ਜ਼ਿਆਦਾ ਅਸਰ ਹੋਇਆ। ਕੋਵਿਡ ਟਾਈਮਸ ਦੇ ਉੱਤੇ ਸਾਡੀ ਮਜਬੂਰੀ ਬਣ ਗਿਆ ਸੀਗਾ ਜੀ, ਕਿਉਂਕਿ ਤੁਸੀਂ ਦੇਖਿਆ 1 ਸਾਲ ਜਿਹੜੀ ਹੈ ਕਲਾਸਿਸ ਘਰੋਂ ਚੱਲੀਆਂ। ਬਿਲਕੁਲ ਠੀਕ ਹੈ, ਉਹਨੂੰ ਟੈਕਨੋਲੋਜੀ ਦਾ ਬੈਨੀਫਿਟ ਵੀ ਕਹਿ ਸਕਦੇ ਹਾਂ, ਨੁਕਸਾਨ ਸਾਡੀ ਸਿਹਤ ਦੇ ਉੱਤੇ ਬਹੁਤ ਜ਼ਿਆਦਾ ਹੋਇਆ, ਕਿਉਂਕਿ ਜਦੋਂ ਬੱਚੇ ਕਲਾਸਰੂਮ 'ਚ ਜਾਂਦੇ ਆ ਉਹਨਾਂ ਨੇ 3 ਤੋਂ 8 ਘੰਟੇ ਸਟੱਡੀ ਕਰਨੀ ਹੁੰਦੀ ਹੈ। ਇਹਦਾ ਮਤਲਬ ਸਾਡੀ ਮੋਬਾਈਲ ਫੋਨ ਦੀ ਯੂਜ਼ਸ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਗਈ, ਔਰ ਉਹਦੇ ਨਾਲ ਕੀ ਹੋਇਆ, ਬੱਚਿਆਂ ਨੂੰ ਜਿਹੜਾ ਉਸ ਟਾਈਮ ਕੰਮ ਵੀ, ਕਿਉਂਕਿ ਸਕੂਲ ਨਹੀਂ ਜਾ ਰਹੇ ਸੀਗੇ, ਉਹਨਾਂ ਨੂੰ ਆਪਣਾ ਕੰਮ ਵੀ ਮੋਬਾਈਲ ਫੋਨ ਦੇ ਜ਼ਰੀਏ ਭੇਜਣਾ ਪੈਂਦਾ ਸੀਗਾ। ਔਰ ਮੋਬਾਈਲ ਦੇ ਉੱਤੇ ਕੰਮ ਕਰਨਾ ਔਰ ਨਾਰਮਲ ਹੈਂਡ ਰਾਈਟਿੰਗ ਕੰਮ ਕਰਨ ਦੇ ਵਿੱਚ ਬਹੁਤ ਫਰਕ ਹੈ। ਤੁਹਾਨੂੰ ਫੋਟੋਆਂ ਖਿੱਚਣੀਆਂ ਪੈਂਦੀਆਂ, ਟਾਈਪ ਕਰਨਾ ਪੈਂਦਾ ਹੈ, ਤਾਂ ਤੁਹਾਡੇ ਔਰਸ ਉਨੇ ਹੀ ਵੱਧ ਗਏ। ਹੁਣ ਉਹਦੇ ਨਾਲ ਕੀ ਹੋਇਆ, ਤੁਹਾਡੇ ਦੇ ਵਿੱਚ ਜਿਹੜੀ ਹੈ ਸਲੀਪ ਡਿਸਆਰਡਰ ਆ ਗਏ, ਸਲੀਪ ਡਿਸਆਰਡਰ ਆਏ, ਔਰ ਬੱਚਿਆਂ ਦੇ ਵਿੱਚ ਜਿਹੜਾ ਹੈ ਐਗਰੈਸਿਵਨੈਸ ਆਣੀ ਸ਼ੁਰੂ ਹੋ ਗਈ। ਤੁਸੀਂ ਇੱਕ ਟੀਚਰ ਹੋਣ ਦੇ ਨਾਤੇ ਚੀਜ਼ਾਂ ਬੱਚਿਆਂ 'ਚ ਦੇਖੀਆਂ? ਮੈਂ ਦੇਖੀਆਂ, ਮੈਂ ਆਬਜ਼ਰਵ ਕੀਤੀਆਂ ਹੈ। ਸੋ ਇਹ ਕਾਫੀ ਮਤਲਬ, ਕਿਉਂਕਿ ਪਰਸਨਲੀ ਮੈਂ ਆਪਣੀ ਫੈਮਿਲੀ 'ਚ ਵੀ ਦੇਖਿਆ, ਕਿਉਂਕਿ ਬੱਚਿਆਂ ਨੂੰ ਤੇ ਅਸੀਂ ਸਿਰਫ ਆਨਲਾਈਨ ਮਾਧਿਅਮ ਤੋਂ ਮਿਲੇ, ਪਰ ਬੱਚੇ ਪੈਨਿਕ ਹੁੰਦੇ ਸੀ, ਬੱਚਿਆਂ ਦੇ ਵਿੱਚ ਪਰੇਸ਼ਾਨੀ ਹੁੰਦੀ ਸੀ ਕਿ ਅਸੀਂ ਆਨਲਾਈਨ ਮਾਧਿਅਮ ਕਿਉਂਕਿ ਅਡੈਪਟ ਨਹੀਂ ਕਰ ਪਾ ਰਹੇ ਸੀਗੇ, ਔਰ ਬੱਚਿਆਂ ਨੂੰ ਪਰੇਸ਼ਾਨੀਆਂ ਆਈਆਂ, ਸਲੀਪ ਡਿਸਆਰਡਰ ਦੀ ਪਰੇਸ਼ਾਨੀ ਆਈ, ਔਰ ਬਹੁਤ ਜ਼ਿਆਦਾ ਕੇਸਿਸ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਵਾਸ਼ਰੂਮ ਜਿਹੜੀ ਹੈ ਹੈਬਿਟਸ ਵੀ ਚੇਂਜ ਹੋ ਗਈਆਂ, ਔਰ ਕਿਉਂਕਿ ਉਹ ਲੇਟ ਸੋਣਾ ਹੈ, ਤੁਸੀਂ ਲੇਟ ਉੱਠਣਾ ਹੈ, ਔਰ ਉਸ ਦੇ ਨਾਲ ਤੁਹਾਡੀ ਬਾਡੀ ਦੇ ਉੱਤੇ ਸਾਈਡ ਇਫੈਕਟਸ ਆਏ। ਔਰ ਬੱਚਿਆਂ ਦੇ ਵਿੱਚ ਇੱਕ ਜਿਹੜਾ ਚੀਜ਼ ਆਬਜ਼ਰਵ ਕੀਤੀ ਗਈ, ਬੱਚਿਆਂ ਦੇ ਵਿੱਚ ਗੁੱਸਾ ਬਹੁਤ ਜ਼ਿਆਦਾ ਆਉਣਾ ਸ਼ੁਰੂ ਹੋ ਗਿਆ, ਐਗਰੈਸਿਵਨੈਸ ਵੱਧ ਗਈ। ਔਰ ਬਹੁਤ ਸਾਰੇ ਕੇਸਿਸ ਦੇ ਵਿੱਚ ਇਸ ਤਰ੍ਹਾਂ ਹੈ ਕਿ ਬਹੁਤ ਸਾਰੇ ਪੇਰੈਂਟਸ ਨੂੰ ਮੋਬਾਈਲ ਖੁਦ ਨਹੀਂ ਸੀ ਪਤਾ, ਗੈਜਟਸ ਯੂਜ਼ ਨਹੀਂ ਸੀ ਕਰਨੇ ਆਉਂਦੇ, ਔਰ ਬੱਚਿਆਂ ਨੂੰ ਉਹਨਾਂ ਨੂੰ ਦੇਣੇ ਪਏ, ਔਰ ਬੱਚਿਆਂ ਨੇ ਉਹਨਾਂ ਨੂੰ ਮਿਸਯੂਜ਼ ਵੀ ਕੀਤਾ ਹੈ, ਔਰ ਕੁਝ ਨਹੀਂ ਪਤਾ ਚੱਲ ਪਾ ਰਿਹਾ ਸੀ ਬੱਚੇ ਕੀ ਯੂਜ਼ ਕਰ ਰਹੇ, ਕੀ ਨਹੀਂ ਕਰ ਰਹੇ, ਕਿਉਂਕਿ ਤੁਸੀਂ ਬੱਚਿਆਂ ਦੇ ਸਿਰ ਦੇ ਉੱਤੇ ਨਹੀਂ ਰਹਿੰਦੇ ਸੀਗੇ। ਸੋ ਇਸ ਕਰਕੇ ਉਹ ਬੜਾ ਹੀ ਇੱਕ ਔਖਾ ਟਾਈਮ ਜਿਹੜਾ ਅਸੀਂ ਕੋਵਿਡ ਟਾਈਮ 'ਚ ਕੱਟਿਆ ਹੈ, ਪਰ ਉਸ ਦੇ ਨਾਲ ਬੱਚਿਆਂ ਦੇ ਵਿੱਚ ਹੈਬਿਟ ਡਿਵੈਲਪ ਹੋ ਗਈ ਹੈ, ਜਿਸ ਨੂੰ ਸਾਡੇ ਲਈ ਬੜੀ ਪਰੇਸ਼ਾਨੀ ਆ ਰਹੀ ਹੈ ਮੋਬਾਈਲ ਫੋਨਸ ਦੇ ਮਾਮਲੇ। ਬਿਲਕੁਲ, ਬੱਚਿਆਂ ਨੂੰ ਮਤਲਬ ਕਿ ਸੌਣ ਦੇ ਵਿੱਚ ਦਿੱਕਤ ਆਉਣ ਲੱਗੀ, ਬੱਚਿਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਇਹ ਆਉਣ ਲੱਗੀਆਂ ਕਿ 24 ਘੰਟੇ ਜਿਹੜੇ ਬੱਚੇ ਹੁਣ ਵੀ ਕੰਪਿਊਟਰ ਤੇ ਲੱਗੇ ਰਹਿੰਦੇ ਆ, ਹਨਾ। ਚਲੋ ਪੜ੍ਹਾਈ ਦੇ ਲਈ ਕੰਪਿਊਟਰ ਵਰਤਣਾ ਆਪਣੀ ਜਗ੍ਹਾ,
ਕਲਾਸ ਦੇ ਵਿੱਚ ਇੱਕ ਸਬਜੈਕਟ ਹੈ, ਕਿਉਂਕਿ ਕੰਪਿਊਟਰ ਬਿਨਾ ਫਿਊਚਰ ਨਹੀਂ ਹੈ। ਕੰਪਿਊਟਰ ਦੇ ਉੱਤੇ ਗੇਮਸ ਖੇਡਣ ਲਾ ਦੇਣਾ ਮਾਂ-ਬਾਪ ਦੇ ਵੱਲੋਂ ਕਿ ਅਸੀਂ ਕੰਮ ਤੇ ਚੱਲੇ ਹਾਂ, ਤੂੰ ਆ ਇੰਨੀ ਦੇਰ ਕੰਪਿਊਟਰ ਤੇ ਗੇਮ ਖੇਡ ਲਈ, ਜਾਂ ਫਿਰ ਸਾਨੂੰ ਮੇਰੇ ਗੁਆਂਢੀ ਆਏ ਆ, ਸਾਨੂੰ ਗੁਆਂਢੀਆਂ ਨਾਲ ਗੱਲਬਾਤ ਕਰਨ ਦੇ, ਚੱਲ ਜਾ ਆਪਣੇ ਕਮਰੇ 'ਚ ਕੰਪਿਊਟਰ ਤੇ ਗੇਮਾਂ ਖੇਡ, ਉਹ ਵੀ ਤਾਂ ਬੱਚੇ ਨੂੰ ਬਹੁਤ ਨੁਕਸਾਨ ਕਰ ਗਈਆਂ। ਬਿਲਕੁਲ ਨੁਕਸਾਨ ਕਰ ਰਹੀਆਂ, ਬਹੁਤ ਜ਼ਿਆਦਾ। ਔਰ ਕੁਝ ਗੇਮਸ ਇੰਨੀਆਂ ਅਗਰੈਸਿਵ ਗੇਮਸ ਨੇ, ਮੈਂ ਤੁਹਾਨੂੰ ਦੱਸਾਂ, ਜਿਹਦੇ ਨਾਲ ਬੱਚੇ ਦੇ ਵਿੱਚ ਕੀ ਹੈ, ਮਾਈਂਡ ਨੂੰ ਇਫੈਕਟ ਕਰ ਰਹੀਆਂ ਨੇ। ਔਰ ਕੁਝ ਕੇਸਿਸ ਦੇ ਵਿੱਚ ਇਸ ਤਰ੍ਹਾਂ ਵੀ ਨੇ, ਬੱਚੇ ਇੱਕ ਦੂਸਰੇ ਨੂੰ ਫੋਨ ਕਰਦੇ ਨੇ ਔਰ ਉਹ ਆਨਲਾਈਨ ਗੇਮਸ ਮਿਲ ਕੇ ਖੇਲਦੇ ਨੇ। और वो ऑनलाइन गेम्स ਦੇ ਵਿੱਚ ਫਿਰ ਇੱਕ ਦੂਸਰੇ ਨੂੰ ਕਹਿੰਦੇ मैंने तेरे को ऐसे मार दिया वो ਸੋ ਅਗਰੈਸਿਵ ਸਾਰੀਆਂ ਗੇਮਸ ਜਿਹੜੀਆਂ ਮੋਬਾਈਲ ਗੇਮਸ ਨੇ ਸਾਰੀਆਂ ਅਗਰੈਸਿਵ ਗੇਮਸ ਨੇ ਔਰ ਉਹ ਮਾਈਂਡ ਨੂੰ ਇਫੈਕਟ ਕਰਦੀਆਂ ਨੇ। ਔਰ ਪਿੱਛੇ ਗੇਮਸ ਦੇ ਉੱਤੇ ਬੈਨ ਵੀ ਲੱਗਾ ਸੀ, ਤੁਹਾਨੂੰ ਸ਼ਾਇਦ ਯਾਦ ਹੋਏਗਾ, ਬੱਚਿਆਂ ਨੇ ਸੁਸਾਈਡ ਵੀ ਕੀਤਾ ਸੀਗਾ। ਸੋ ਇਹਨਾਂ ਗੇਮਸ ਦੇ ਬਹੁਤ ਬੁਰੇ ਇਫੈਕਟ ਨੇ। ਸੋ ਬੱਚਿਆਂ ਦੇ ਉੱਤੇ ਸਾਨੂੰ ਇਸ ਮਾਮਲੇ ਦੇ ਵਿੱਚ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਉੱਤੇ ਧਿਆਨ ਦੇਣ ਕਿ ਬੱਚੇ ਇਹਨਾਂ ਮੋਬਾਈਲ ਫੋਨਸ ਨੂੰ ਮਿਸਯੂਜ਼ ਨਾ ਕਰਨ। ਨੁਕਸਾਨ ਨੁਕਸਾਨ ਨੁਕਸਾਨ, ਕੰਪਿਊਟਰ ਦੇ ਬਹੁਤ ਸਾਰੇ ਨੁਕਸਾਨ। ਪਰ ਕਿਤੇ ਜੌਬ ਲੈਣ ਚਲੇ ਜਾਓ, ਕੰਪਿਊਟਰ ਸਭ ਤੋਂ ਪਹਿਲਾਂ ਹੋਣਾ ਚਾਹੀਦਾ। ਕਿਤੇ ਕੁਝ ਕਰਨ ਲੱਗ ਜਾਓ, ਕੋਈ ਵੀ ਇੰਡਸਟਰੀ ਹੈ, ਚਾਹੇ ਛੋਟੀ ਜੀ ਦੁਕਾਨ ਆ, ਸਾਰਾ ਕੁਝ ਫਾਈਲਾਂ, ਸਾਰਾ ਕੁਝ ਕੰਪਿਊਟਰ ਤੇ। ਨੁਕਸਾਨ 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 ਜਾਂ ਫਾਇਦੇ ਫਾਇਦੇ ਫਾਇਦੇ? ਦੇਖੋ, ਇਹ ਸਾਡੀ ਕਾਲ ਹੈ। ਸਾਡੀ ਕਾਲ ਹੈ ਕਿ ਅਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਯੂਜ਼ ਕਰਨਾ। ਅਸੀਂ ਕੋਈ ਵੀ ਚੀਜ਼ ਇੱਕ ਜ਼ਰੂਰਤ ਤੋਂ ਜ਼ਿਆਦਾ ਯੂਜ਼ ਕਰਾਂਗੇ ਤਾਂ ਉਹਦਾ ਮਿਸਯੂਜ਼ ਕਰਾਂਗੇ ਤਾਂ ਸਾਡੇ ਤੇ ਸਾਈਡ ਇਫੈਕਟ ਆਉਣਗੇ। ਜੇ ਅਸੀਂ ਫਾਇਦੇ ਦੀ ਗੱਲ ਕਰੀਏ ਤਾਂ ਜਿੰਨੀਆਂ ਵੀ ਅੱਜ ਦੀ ਡੇਟ 'ਚ ਜੌਬ ਅਪਰਚੁਨਿਟੀਜ਼ ਨੇ ਉਹ ਕੰਪਿਊਟਰ ਦੇ ਵਿੱਚ ਹੈ। ਠੀਕ ਹੈ, ਸੋ ਫਾਇਦੇ ਬਹੁਤ ਜ਼ਿਆਦਾ ਨੇ। ਤੁਸੀਂ ਕੋਵਿਡ ਟਾਈਮਸ ਨੂੰ ਪੋਜ਼ਿਟਿਵ ਤਰੀਕੇ ਨਾਲ ਲਓ ਤੇ ਜੇ ਸਾਲ ਬੱਚੇ ਘਰ ਬੈਠੇ ਰਹਿੰਦੇ ਬਿਨਾਂ ਪੜ੍ਹਾਈ ਦੇ ਫਿਰ ਕੀ ਹੁੰਦਾ। ਤੇ ਕੰਪਿਊਟਰ ਨੇ, ਉਹ ਟੈਕਨੋਲੋਜੀ ਨੇ ਬੱਚਿਆਂ ਦਾ ਸਾਲ ਜਿਹੜਾ ਵੇਸਟ ਹੋਣ ਤੋਂ ਬਚਾਇਆ ਹੈ। तो इस तो वधिया एग्जाम्पल तुसी देखो कि की हो सकता है। बिल्कुल। और फायदे दे विच तुसी आ जाओ कि असी घर बैठे ऑनलाइन सब कुछ कर लैंदे हैं, ऑनलाइन कोर्सेज अटेंड कर लैंदे हैं, ऑनलाइन अपनी टेक्नोलॉजी एनहांसमेंट कर लैंदे हैं। तो कंप्यूटर के फायदे बहुत ज़्यादा है। सारे सरकारी दफ्तरां च तुसी जिन्ने भी चले जाओ, तुसी एयरलाइन कंपनीज च चले जाओ, तुसी कोई भी काम करना है, तुसी मोबाइल मनी ट्रांसफर बैंकिंग सारा कुछ कंप्यूटर के दम पे हो रहा है। तो कंप्यूटर के फायदे बहुत ज़्यादा है। बट ਸਾਨੂੰ ਚਲਾਉਣ ਦਾ ਤਰੀਕਾ ਆਉਣਾ ਚਾਹੀਦਾ, ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਸਿਟਿੰਗ ਜੈਸਚਰਸ ਕੀ ਹੋਣੇ ਚਾਹੀਦੇ ਆ, ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਇੰਨੇ ਘੰਟੇ ਕੰਪਿਊਟਰ ਚਲਾ ਲਿਆ, ਹੁਣ ਆਪਣੀ ਅਸੀਂ ਹੈਲਥ ਦਾ, ਫੂਡ ਵੀ ਉਦਾਂ ਦਾ ਲਈਏ, ਹੈ ਨਾ, ਐਕਸਰਸਾਈਜ਼ ਵੀ ਪ੍ਰੋਪਰ ਕਰੀਏ। ਸੋ ਸਾਰੀਆਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਾਂਗੇ ਤਾਂ ਕੰਪਿਊਟਰ ਦੇ ਫਾਇਦੇ ਨਜ਼ਰ ਆਉਂਦੇ ਆ। ਪਰ ਇੱਕ ਮੈਨੂੰ ਕੰਪਿਊਟਰ ਦਾ ਕਦੇ ਬੜਾ ਵੱਡਾ ਨੁਕਸਾਨ ਲੱਗਦਾ ਹੁੰਦਾ ਕਿ ਅੱਗੇ ਫਾਈਲਾਂ ਦਾ ਕੰਮ ਹੁੰਦਾ ਸੀ, ਦਫ਼ਤਰ ਦੇ ਵਿੱਚ ਚਲੇ ਜਾਓ, ਬਾਬੂ ਜੀ ਨੇ ਫਾਈਲ ਕੱਢਣੀ ਤੇ ਫਾਈਲ ਤੇ ਕੰਮ ਹੋ ਜਾਣਾ। ਹੁਣ ਕਈ ਵਾਰੀ ਇੰਨੀ ਦੂਰ ਕੰਮ ਕਰਨ ਜਾਓ, ਉੱਥੇ ਜਾਂਦੇ ਨੂੰ ਕਹਿ ਦੂਗੇ ਜੀ ਸਾਡਾ ਤਾਂ ਅੱਜ ਕੰਪਿਊਟਰ ਖਰਾਬ ਆ। ਤੇ ਜੇ ਤੁਹਾਨੂੰ ਬਾਬੂ ਜੀ ਅੱਜ ਕਹਿ ਦੇਣ ਫਾਈਲ ਨਹੀਂ ਲੱਭੀ ਫਿਰ ਕੀ ਕਰੋਗੇ? ਬਹੁਤ ਸਾਰੇ ਕੇਸਿਸ 'ਚ ਇਦਾਂ ਵੀ ਹੁੰਦਾ, ਫਾਈਲਾਂ ਦੇ ਢੇਰ ਦੇ ਵਿੱਚ ਤੁਹਾਡੀ ਫਾਈਲ ਨਹੀਂ ਲੱਭਦੀ ਹੈ। ਮੀਂਹ ਪੈਣ ਦੇ ਨਾਲ ਵੀ ਖਰਾਬ ਹੋ ਜਾਂਦੀਆਂ ਨਾ, ਸਲਾਬਾ ਵੀ ਆ ਜਾਂਦਾ ਅਲਮਾਰੀਆਂ 'ਚ ਉਹਨਾਂ ਨੂੰ। ਸੋ ਇਸ ਕਰਕੇ ਆਪਾਂ ਇਹਨੂੰ ਇਸ ਨਜ਼ਰੀਏ ਨਾਲ ਦੇਖੀਏ ਤਾਂ ਨੁਕਸਾਨ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੁਰਾਣੇ ਸਿਸਟਮ ਦੇ ਵਿੱਚ ਕਿਸੇ ਰਿਕਾਰਡ ਰੂਮ 'ਚ ਜਿਹੜੀਆਂ ਫਾਈਲਸ ਨੇ, ਉਹ ਰਿਕਾਰਡ ਜਿਹੜਾ ਰੂਮ ਚਲੇ ਜਾਓ ਸਰਕਾਰੀ ਦਫ਼ਤਰਾਂ 'ਚ, ਫਾਈਲਸ ਨਾਲ ਭਰਿਆ ਹੋਇਆ ਹੈ। ਬਿਲਕੁਲ। ਤੇ ਉਹ ਤੁਹਾਨੂੰ ਆਪਣੀ ਫਾਈਲ ਉਹਨਾਂ ਹਜ਼ਾਰਾਂ ਫਾਈਲਾਂ 'ਚ ਲੱਭਣੀ ਪਏ ਤਾਂ ਕਿੰਨਾ ਮੁਸ਼ਕਿਲ ਹੈ। ਬਹੁਤ ਮੁਸ਼ਕਿਲ ਹੈ ਜੀ, ਬਹੁਤ ਮੁਸ਼ਕਿਲ ਹੈ। ਤੇ ਜੇ ਤੁਸੀਂ ਕੰਪਿਊਟਰ ਦੇ ਵਿੱਚ ਕੀ ਹੈ, ਉਹ ਸੀਰੀਅਲ ਨੰਬਰ ਲੱਗਾ ਹੋਏਗਾ, ਉਹ ਫਾਈਲ ਦੀ ਲੋਕੇਸ਼ਨ ਹੋਏਗੀ। ਔਰ ਆਨਲਾਈਨ ਹੁਣ ਤਾਂ ਫਾਈਲਸ ਵੀ ਆਨਲਾਈਨ ਹੋ ਗਈਆਂ ਨਾ, ਹੁਣ ਤਾਂ ਤੁਸੀਂ ਜੋ ਵੀ ਕੁਝ ਸਰਕਾਰੀ ਕੰਮਾਂ 'ਚ ਕਰਦੇ ਹੋ you have to apply online। so ਤੁਹਾਡੇ ਕੋਲ ਆਨਲਾਈਨ ਟਰੈਕ ਆ ਗਿਆ, ਫਿਰ ਉਹ ਕਿਸੇ ਬਾਬੂ ਕੋਲ ਜਾਏਗੀ, ਉਹ ਆਪਣੇ ਕਮੈਂਟ ਦੇ ਕੇ ਆਪਣੇ ਅਗਲੇ ਸੀਨੀਅਰ ਨੂੰ ਮਾਰਕ ਕਰ ਦੇਗਾ, ਉਹ ਕਮੈਂਟ ਜਾਏਗੀ ਆਪਣੇ ਸੀਨੀਅਰ ਨੂੰ ਮਾਰਕ ਕਰ ਦੇਗਾ। ਔਰ ਤੁਹਾਨੂੰ ਜਿਹੜਾ ਹੈ ਬਹੁਤ ਸਾਰੇ ਕੇਸਿਸ 'ਚ ਗਵਰਨਮੈਂਟ ਨੇ ਬਹੁਤ ਅੱਛੇ ਇਨੀਸ਼ੀਏਟਿਵ ਲਿੱਤੇ ਹੈ, ਤੁਹਾਨੂੰ SMS ਵੀ ਆ ਜਾਏਗਾ ਕਿ ਤੁਹਾਡੀ ਫਾਈਲ ਇਸ ਲੈਵਲ ਦੇ ਉੱਤੇ ਪਹੁੰਚ ਚੁੱਕੀ ਹੈ। ਔਰ ਤੁਹਾਨੂੰ ਘਰ ਬੈਠੇ ਮੈਸੇਜ ਵੀ ਆ ਜਾਏਗਾ ਕਿ ਤੁਹਾਡੀ ਫਾਈਲ ਜਿਹੜਾ ਹੈ, ਜੋ ਜਿਸ ਪਰਪਸ ਲਈ ਤੁਸੀਂ ਅਪਲਾਈ ਕੀਤਾ ਉਹ ਤਿਆਰ ਹੋ ਗਿਆ ਹੈ। ਤਾਂ ਤੁਸੀਂ ਉੱਥੇ ਜਾ ਕੇ ਆਨਲਾਈਨ ਸਟੇਟਸ ਦੇਖ ਕੇ ਤੁਸੀਂ ਪਾਸਪੋਰਟ ਦੀ ਬੜੀ ਵਧੀਆ ਐਗਜ਼ਾਮਪਲ, ਸਰਵਰ ਡਾਊਨ ਦਾ ਬੜਾ ਟੈਨਸ਼ਨ ਰਹਿੰਦੀ। ਸਰਵਰ ਡਾਊਨ ਦੇ ਵਿੱਚ ਜਿਹੜਾ ਹੈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਇਸ ਨੂੰ ਦੂਸਰੇ ਤਰੀਕੇ ਨਾਲ ਦੇਖੋ। ਇਹ ਜਿਹੜੀਆਂ ਕੰਪਨੀਆਂ ਸਰਵਰ ਡਾਊਨ ਵਾਲੀ ਤੁਸੀਂ ਗੱਲ ਕਰ ਰਹੇ ਹੋ, ਇਹਨਾਂ ਨੇ ਕੰਪਿਊਟਰ ਦੀ ਮੇਨਟੇਨੈਂਸ ਕਰਨੀ ਹੁੰਦੀ ਹੈ ਸਾਲ 'ਚ ਇੱਕ ਵਾਰ ਜਾਂ ਬਹੁਤ ਕਦੀ ਬਹੁਤ ਰੇਅਰ ਟਾਈਮ ਹੁੰਦਾ ਹੈ। ਉਸ ਦੇ ਲਈ ਪਹਿਲੇ ਹੀ ਉਹਨਾਂ ਨੇ ਆਪਣੇ ਕਲਾਇੰਟਸ ਨੂੰ ਇਨਫੋਰਮ ਕੀਤਾ ਹੁੰਦਾ ਕਿ ਮੇਨਟੇਨੈਂਸ ਪ੍ਰੋਸੈਸ ਚੱਲ ਰਿਹਾ ਹੈ ਤੇ ਸਾਨੂੰ ਉਹ ਸਰਵਿਸ ਜਿਹੜੀ ਹੈ ਇੰਨੇ ਤੋਂ ਇੰਨੇ ਟਾਈਮ ਡਾਊਨ ਰਹੇਗੀ। ਕਈ ਵਾਰ ਤੁਹਾਨੂੰ ਉਹਦਾ ਮੈਸੇਜ ਵੀ ਆਇਆ ਹੁੰਦਾ ਹੈ। ਬੈਂਕਿੰਗ ਦੇ ਵਿੱਚ ਤੁਸੀਂ ਦੇਖੋਗੇ, ਤੁਹਾਨੂੰ ਪਹਿਲੇ ਬੈਂਕਸ ਤੋਂ ਮੈਸੇਜ ਆ ਜਾਏਗਾ ਕਿ ਸਾਡਾ ATM ਇੰਨੇ ਤੋਂ ਇੰਨੇ ਟਾਈਮ ਡਾਊਨ ਰਹੇਗਾ ਡਿਊ ਟੂ ਮੇਨਟੇਨੈਂਸ ਇਸ਼ੂ। ਠੀਕ ਹੈ, ਪਰ ਹੁਣ ਤੁਸੀਂ ਦੂਸਰੇ ਤਰੀਕੇ ਨਾਲ ਦੇਖੋ, ਤੁਸੀਂ ਬੈਂਕ ਜਾਓ, ਫਿਜ਼ੀਕਲੀ ਜਾਓ, ਔਰ ਤੁਸੀਂ ਪੈਸੇ ਵਿਡਰਾ ਕਰਨੇ ਹੈ,
ਲਾਈਨ ਬਹੁਤ ਲੰਬੀ ਹੈ, ਤੁਹਾਡਾ ਕਿੰਨਾ ਟਾਈਮ ਵੇਸਟ ਹੋਏਗਾ। ਔਰ ਤੁਸੀਂ ਬੈਂਕ ਦੇ ਵਿੱਚ ਕੋਈ ਸਰਵਿਸ ਲੈਣੀ ਹੈ, ਕਿੰਨਾ ਟਾਈਮ ਵੇਸਟ ਹੋਏਗਾ। ਹੁਣ ਤੁਸੀਂ ਆਨਲਾਈਨ ਬੈਂਕ ਦੇ ਵਿੱਚ ਜਦੋਂ ਮਰਜ਼ੀ 24 ਘੰਟੇ ਲੌਗਇਨ ਕਰ ਸਕਦੇ ਹੋ। ਤੁਹਾਨੂੰ ਬੈਂਕ ਜਾਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਆਪਣੇ ਅਕਾਊਂਟ ਤੋਂ ਲੌਗਇਨ ਕਰਕੇ ਪਾਸਵਰਡ ਦੇ ਥਰੂ ਤੁਸੀਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ, ਤੁਸੀਂ ਏਟੀਐਮ 'ਚ ਜਾ ਕੇ ਪੈਸੇ ਵਿਡਰਾ ਕਰ ਸਕਦੇ ਹੋ, ਤੁਸੀਂ ਰੇਲਵੇ 'ਚ ਜਾਓ, ਤੁਹਾਨੂੰ ਲਾਈਨਾਂ 'ਚ ਲੱਗ ਕੇ ਟਿਕਟ ਬੁੱਕ ਕਰਾਉਣੀ ਪੈਂਦੀ ਹੈ, ਕੀ ਹੋਏਗਾ, ਤੁਸੀਂ ਆਨਲਾਈਨ ਟਿਕਟ ਜਦੋਂ ਮਰਜ਼ੀ ਬੁੱਕ ਕਰਵਾ ਸਕਦੇ ਹੋ। ਸੋ ਇਸ ਦੇ ਬਹੁਤ ਫਾਇਦੇ ਨੇ। ਅਸੀਂ ਜਿਹੜਾ ਸਰਵਰ ਡਾਊਨ ਦੀ ਗੱਲ ਕਰੀਏ ਤਾਂ ਬਹੁਤ ਹੀ ਰੇਅਰ ਚਾਂਸਸ ਹੁੰਦੇ ਨੇ, ਠੀਕ ਹੈ। ਸੋ ਇਸ ਨੂੰ ਅਸੀਂ ਇਸ ਨਜ਼ਰ ਨਾਲ ਨਾ ਦੇਖੀਏ ਤਾਂ ਸਿਰਫ ਆਪਣੀ ਹੈਲਥ ਨੂੰ ਅਸੀਂ ਕਿੱਦਾਂ ਮੇਨਟੇਨ ਕਰਨਾ, ਇਸ ਚੀਜ਼ ਦਾ ਖਿਆਲ ਰੱਖ ਲਈਏ ਤਾਂ ਫਾਇਦੇ ਹੀ ਫਾਇਦੇ ਹੈ ਨਾ। ਨੁਕਸਾਨ ਆਪਣੀ ਜਗ੍ਹਾ, ਫਾਇਦੇ ਆਪਣੀ ਜਗ੍ਹਾ। ਪਰ ਜਦੋਂ ਅਸੀਂ ਆਉਂਦੇ ਆ ਨਾ ਇਹਨੂੰ ਪ੍ਰੋਫੈਸ਼ਨਲੀ ਅਡਾਪਟ ਕਰਨ ਦੇ ਲਈ, ਅਡਾਪਟ ਕਰਨਾ ਜੀ ਅਸੀਂ ਹੁਣ ਇੱਦਾਂ ਕਰਦੇ ਹਾਂ, ਇੰਨੇ ਸਾਲ ਕੰਪਿਊਟਰ ਦੀ ਪੜ੍ਹਾਈ ਕਰ ਲਈ ਆ, ਪਰ IT ਕੰਪਨੀ ਦੇ ਵਿੱਚ ਤਾਂ ਜੌਬ ਸਿਕਿਉਰ ਨਹੀਂ ਹੈਗੀ। ਔਰ ਦੂਜੀ ਗੱਲ ਬਈ ਕਹਿੰਦੇ ਤੌਬਾ ਹੀ ਤੌਬਾ, ਕੰਪਨੀਆਂ ਅੱਜ ਹੈਗੀਆਂ ਕੱਲ ਨਹੀਂ ਹੈਗੀਆਂ। ਘਰਦਿਆਂ ਨੂੰ ਬੜਾ ਡਰ ਸਤਾਉਂਦਾ ਰਹਿੰਦਾ ਕਿ ਕਦੋਂ ਇਹ ਕੰਪਨੀਆਂ ਜਿਹੜੀਆਂ ਆ ਫਟਾਫਟ ਤਾਲੇ ਲਾ ਕੇ ਦੌੜ ਜਾਂਦੀਆਂ, ਕਿਸੇ ਨੂੰ ਪਤਾ ਨਹੀਂ ਲੱਗਦਾ, ਫੇਲ ਹੋ ਜਾਂਦੀਆਂ। ਅਸੀਂ ਸ਼ੁਰੂਆਤ ਕਰਾਂਗੇ ਕਿ ਗਵਰਨਮੈਂਟ ਨੇ ਵੀ ਹੁਣ 3 ਸਾਲ ਦੇ ਕੰਟਰੈਕਟ ਤੇ ਪਹਿਲੇ ਜੌਬ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਇਹਨੂੰ ਸਿਕਿਉਰਿਟੀ ਨਾਲ ਨਹੀਂ, ਇਹਨੂੰ ਓਪਰਚੁਨਿਟੀ ਨਾਲ ਦੇਖੀਏ ਕਿ IT ਕੰਪਨੀਆਂ ਦੇ ਵਿੱਚ ਓਪਰਚੁਨਿਟੀ ਕਿੰਨੀ ਜ਼ਿਆਦਾ ਹੈ। ਇੱਕ ਬੱਚਾ ਅੱਛੇ ਇੰਸਟੀਟਿਊਸ਼ਨ ਤੋਂ ਜਾਂ ਗ੍ਰੈਜੂਏਸ਼ਨ ਕਰਦਾ ਹੈ ਤਾਂ ਉਹਨੂੰ ਪੈਕੇਜ ਕਿੰਨਾ ਅੱਛਾ ਮਿਲਦਾ ਹੈ। ਕਿਆ ਗਵਰਨਮੈਂਟ ਸੈਕਟਰ 'ਚ ਉਹ ਪੈਕੇਜ ਮਿਲਦਾ ਹੈ? ਜੇ ਤੁਸੀਂ ਆਪਣਾ 100% ਕਿਤੇ ਵੀ ਨਹੀਂ ਦਿਓਗੇ ਤਾਂ ਤੁਹਾਨੂੰ ਕੁਝ ਵੀ ਨਹੀਂ ਮਿਲੇਗਾ, ਚਾਹੇ ਗਵਰਨਮੈਂਟ ਸੈਕਟਰ ਹੈ ਚਾਹੇ ਪ੍ਰਾਈਵੇਟ ਸੈਕਟਰ ਹੈ। ਤੇ ਕੰਪਨੀਆਂ ਇਸ ਤਰ੍ਹਾਂ ਬੰਦ ਨਹੀਂ ਹੁੰਦੀਆਂ ਨੇ। ਕੰਪਨੀਆਂ ਤੁਸੀਂ ਦੇਖੋ, ਕੰਪਨੀਆਂ ਦੀ 30 ਸਾਲ 40 ਇਅਰਸ ਤੋਂ ਜਿਹੜੀਆਂ ਹੈ 50 ਸਾਲ ਤੋਂ ਲਾਸਟ ਕੰਪਨੀਆਂ ਕੰਮ ਕਰ ਰਹੀਆਂ ਹੈ। IT ਜਿਹੜਾ 90s ਤੋਂ ਔਨਵਰਡ ਆ ਜਾਓ, 30 ਸਾਲ ਤੋਂ ਲਗਾਤਾਰ ਕੰਪਨੀਆਂ ਇਨਫੋਸਿਸ ਹੈ, TCS ਹੈ, ਬੜਾ ਹੀ ਅੱਛਾ ਪਰਫਾਰਮ ਕਰ ਰਹੀਆਂ। ਔਰ ਜੋ ਪੈਕੇਜ ਉਹ ਦੇ ਰਹੀਆਂ ਨੇ ਉਹ ਗਵਰਨਮੈਂਟ ਸੈਕਟਰ 'ਚ ਕਿਤੇ ਪੈਕੇਜ ਹੈ ਹੀ ਨਹੀਂ ਹੈ। ਔਰ ਦੂਸਰੀ ਗੱਲ, ਔਰ ਤੁਸੀਂ ਉਹਦੇ 'ਚ ਆਪਣਾ 100% ਦਿਓ ਤਾਂ ਤੁਹਾਨੂੰ ਉਹਦਾ ਸੈਲਰੀ ਰੇਜ਼ ਇੰਨਾ ਜ਼ਿਆਦਾ ਮਿਲਦਾ ਹੈ, ਤੁਸੀਂ ਗਵਰਨਮੈਂਟ ਸੈਕਟਰ 'ਚ ਸੋਚ ਵੀ ਨਹੀਂ ਸਕਦੇ। ਸੋ ਇਸ ਨੂੰ ਆਪਾਂ ਸਿਕਿਉਰਿਟੀ ਦੀ ਬਜਾਏ ਅਪਰਚੁਨਿਟੀ ਨਾਲ ਕੰਪੇਅਰ ਕਰੀਏ ਤਾਂ ਜੋ ਯੂਥ ਨੂੰ ਅੱਜ ਕੱਲ੍ਹ ਜਿਹੜੀ ਜੌਬ ਮਿਲ ਰਹੀ ਹੈ ਉਹ IT ਕੰਪਨੀਆਂ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਮਿਲ ਰਹੀ ਹੈ। ਕਿਹੜੀਆਂ ਉਹ ਫੀਲਡਸ ਆ ਜਿੱਥੇ ਬੱਚਿਆਂ ਨੂੰ ਆਰਾਮ ਦੇ ਨਾਲ ਜੌਬ ਸਿਕਿਉਰ ਹੋ ਸਕਦੀ ਉਹਨਾਂ ਦੀ, ਚਾਹੇ ਉਹ ਘਰ ਬੈਠੇ ਹੀ ਕਿਉਂ ਨਾ ਕੰਮ ਕਰ ਸਕਦੇ ਹੋਣ, ਜਿਹੜਾ ਕੰਪਿਊਟਰ ਦੀ ਪੜ੍ਹਾਈ ਪੜ੍ਹੀ ਤੇ ਇੱਥੇ ਚੱਲ ਜਾਈਏ? ਕੰਪਿਊਟਰ ਇੱਕ ਬੜੀ ਵਾਸਟ ਫੀਲਡ ਹੈ। ਇਹਦੇ 'ਚ ਜੌਬਸ ਜਿਹੜੀਆਂ ਨੇ ਪ੍ਰੋਗਰਾਮਿੰਗ ਦੇ ਵਿੱਚ ਹੈਗੀਆਂ ਨੇ, ਔਰ ਪ੍ਰੋਗਰਾਮਿੰਗ ਲੈਂਗੁਏਜ ਹਰ ਪ੍ਰੋਗਰਾਮਿੰਗ ਲੈਂਗੁਏਜ ਅਲੱਗ-ਅਲੱਗ ਤਰ੍ਹਾਂ ਦੀ ਹੈ। ਤੁਸੀਂ ਕਿਸੇ ਇੱਕ ਲੈਂਗੁਏਜ 'ਚ ਮਾਸਟਰੀ ਕਰ ਲਓ, ਤੁਹਾਨੂੰ ਉਹਦੀ ਜੌਬ ਮਿਲ ਜਾਏਗੀ। ਤੁਸੀਂ ਵੈਬਸਾਈਟਸ ਦੇ ਵਿੱਚ ਚਲੇ ਜਾਓ, ਤੁਸੀਂ ਵੈਬਸਾਈਟ ਡਿਵੈਲਪਮੈਂਟ ਸਿੱਖ ਲਓ, ਤੁਹਾਨੂੰ ਉਹਦੀ ਜੌਬ ਮਿਲ ਜਾਏਗੀ। ਤੁਸੀਂ ਜਿੱਦਾਂ ਰੇਲਵੇ ਦਾ ਡਾਟਾਬੇਸ ਹੈ, ਬੈਂਕਿੰਗ ਦਾ ਡਾਟਾਬੇਸ ਹੈ, ਤੁਸੀਂ ਡਾਟਾਬੇਸ ਸਿੱਖ ਲਓ, ਤੁਹਾਨੂੰ ਡਾਟਾਬੇਸ ਦੀ ਜੌਬ ਮਿਲ ਜਾਏਗੀ। ਹੁਣ ਅਸੀਂ ਫਿਲਮ ਇੰਡਸਟਰੀ ਦੇ ਵਿੱਚ ਗੱਲ ਕਰੀਏ ਤਾਂ ਐਨੀਮੇਸ਼ਨਸ ਦੇ ਵਿੱਚ ਆ ਜਾਈਏ ਤੇ ਐਨੀਮੇਸ਼ਨਸ ਦੇ ਵਿੱਚ ਤੁਹਾਨੂੰ ਜੌਬ ਮਿਲ ਜਾਏਗੀ, ਤੁਹਾਨੂੰ ਐਡੀਟਿੰਗ ਦੇ ਵਿੱਚ ਜੌਬ ਮਿਲ ਜਾਏਗੀ। ਡਾਟਾ ਸਾਇੰਸ ਬੜੀ ਅਪਕਮਿੰਗ ਫੀਲਡ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ, ਤੁਸੀਂ ਗੂਗਲ ਯੂਜ਼ ਕਰਦੇ ਹੋ, ਸੀਰੀ ਯੂਜ਼ ਕਰਦੇ ਹੋ ਮੋਬਾਈਲ ਫੋਨਸ ਦੇ ਉੱਤੇ, ਇਹ ਬੜੀ ਰੋਬੋਟਿਕਸ ਵਾਲੀ ਇਹ ਬੜੀ ਅਪਕਮਿੰਗ ਫੀਲਡ ਹੈ। ਸੋ ਇਸ ਦੇ ਵਿੱਚ ਜੌਬ ਅਪਰਚੁਨਿਟੀਜ਼ ਬਹੁਤ ਜ਼ਿਆਦਾ ਹੈ। ਘਰ ਬੈਠੇ ਤੁਸੀਂ ਜਿਹੜਾ ਹੈ ਆਨਲਾਈਨ ਜਿਹੜੀਆਂ ਕੰਪਨੀਆਂ ਤੁਹਾਨੂੰ ਟਾਸਕ ਦਿੰਦੀਆਂ ਨੇ, ਕੰਟੈਂਟ ਮੈਨੇਜਮੈਂਟ ਦਾ ਟਾਸਕ ਦਿੰਦੀਆਂ, ਤੁਸੀਂ ਕੰਟੈਂਟ ਰਾਈਟ ਅਪ ਕਰ ਸਕਦੇ ਹੋ, ਤੁਸੀਂ ਡੈਸਕਟਾਪ ਪਬਲਿਸ਼ਿੰਗ ਦਾ ਕੰਮ ਕਰ ਸਕਦੇ ਹੋ। ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਜਿਹੜੇ ਕਾਰਡ ਪਬਲਿਸ਼ ਹੁੰਦੇ ਨੇ ਉਹਦੇ ਵਿੱਚ। ਸੋ ਕੰਪਿਊਟਰ ਫੀਲਡ ਬੜੀ ਵਾਸਟ ਫੀਲਡ ਹੈ। ਤੁਸੀਂ ਕੋਈ ਵੀ ਇੱਕ ਸਪੈਸ਼ਲਾਈਜੇਸ਼ਨ ਕਰ ਲਓ, ਉਹਦੇ ਵਿੱਚ ਜੌਬਸ ਹੈ। ਬਿਲਕੁਲ। ਤੁਸੀਂ ਆਨਲਾਈਨ ਦੀ ਗੱਲ ਕੀਤੀ ਸੀ ਨਾ ਕਿ ਆਨਲਾਈਨ ਸਾਰਾ ਕੁਝ ਹੋਣ ਲੱਗਿਆ, ਆਨਲਾਈਨ ਪੜ੍ਹਾਈ ਵੀ ਹੋਣੀ ਸ਼ੁਰੂ ਹੋ ਗਈ। ਹੁਣ ਮੈਂ ਅਮਰੀਕਾ 'ਚ ਬੈਠੀ ਹਾਂ, ਮੈਂ ਕੈਨੇਡਾ ਦੀ ਪੜ੍ਹਾਈ ਨੂੰ ਘਰੇ ਬੈਠੇ ਪੜ੍ਹ ਸਕਦੀ ਹਾਂ। ਮੈਂ ਕੈਨੇਡਾ 'ਚ ਬੈਠੀ ਹਾਂ, ਮੈਂ ਆਸਟ੍ਰੇਲੀਆ ਨੂੰ ਜਾਣ ਸਕਦੀ ਹਾਂ, ਆਸਟ੍ਰੇਲੀਆ 'ਚ ਬੈਠੀ ਹਾਂ, ਮੈਂ ਇੰਡੀਆ ਨੂੰ ਜਾਣ ਸਕਦੀ ਹਾਂ। ਸੋ ਦੁਨੀਆ ਦਾ ਗੋਲ ਹੈ, ਇਸ ਸੋਸ਼ਲ ਮੀਡੀਆ ਨੇ, ਇਸ ਡਿਜੀਟਲ ਮੀਡੀਆ ਨੇ ਪੂਰੀ ਦੁਨੀਆ ਨੂੰ ਹੋਰ ਵੀ ਜ਼ਿਆਦਾ ਨਜ਼ਦੀਕ ਲੈ ਆਂਦਾ ਹੈ ਨਾ। ਸੋ ਆਨਲਾਈਨ ਕੋਰਸਿਸ ਵੀ ਆਪਾਂ MOOCs ਦੇ ਜ਼ਰੀਏ ਕੰਪਿਊਟਰ ਦੀ ਬਦੌਲਤ ਹੀ ਕਰ ਸਕਦੇ ਹਾਂ। ਦੇਖੋ, MOOCs ਦਾ ਮਤਲਬ ਹੈ ਮੈਸਿਵ ਓਪਨ ਆਨਲਾਈਨ ਕੋਰਸਿਸ। ਜੀ। ਮੈਸਿਵ ਤੋਂ ਮਤਲਬ ਕਿ ਇਹਨਾਂ ਕੋਰਸਿਸ ਨੂੰ ਜਿਹੜਾ ਹੈ ਲਾਰਜ ਨੰਬਰ ਆਫ ਸਟੂਡੈਂਟਸ ਜਿਹੜੇ ਹੈ ਇਹਨੂੰ ਅਟੈਂਡ ਕਰ ਸਕਦੇ ਹੈ। ਓਪਨ ਮਤਲਬ ਇਹ ਹਰ ਇੱਕ ਲਈ ਓਪਨ ਹੈ। ਇਹਦੇ ਲਈ ਕੋਈ ਤੁਹਾਨੂੰ ਡਿਗਰੀ ਦੀ ਕੰਡੀਸ਼ਨ ਨਹੀਂ ਹੈ ਕਿ ਤੁਹਾਨੂੰ ਕੋਈ ਡਿਗਰੀ ਆਉਣੀ ਚਾਹੀਦੀ ਹੈ। ਜਿੱਦਾਂ ਕਾਲਜ ਐਡਮਿਸ਼ਨ ਲੈਣਾ ਹੈ ਤਾਂ ਤੁਹਾਨੂੰ ਬੇਸਿਕ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਇਹਨਾਂ ਕੋਰਸਿਸ ਨੂੰ ਜਿਹੜਾ ਹੈ ਇਹਨਾਂ ਦਾ ਬੈਸਟ ਪਾਰਟ ਹੈ ਐਨੀ ਟਾਈਮ ਐਨੀਵੇਅਰ। ਤੁਸੀਂ ਕਿੱਥੇ ਵੀ ਔਰ ਕਿਸ ਟਾਈਮ ਮਰਜ਼ੀ ਇਹਨਾਂ ਨੂੰ ਕਰ ਸਕਦੇ ਹੋ, ਓਪਨ ਹੈ। ਆਨਲਾਈਨ ਮਤਲਬ ਇਹਨਾਂ ਨੂੰ ਇੰਟਰਨੈਟ ਦੇ ਮਾਧਿਅਮ ਤੋਂ ਇਹਨਾਂ ਕੋਰਸਿਸ ਨੂੰ ਤੁਸੀਂ ਜਿਹੜਾ ਹੈ ਅਟੈਂਡ ਕਰ ਸਕਦੇ ਹੋ। ਸੋ ਮੈਸਿਵ ਓਪਨ ਆਨਲਾਈਨ ਕੋਰਸਿਸ, ਠੀਕ ਹੈ। ਔਰ ਇਹ ਕੋਰਸਿਸ ਜਿਹੜੇ ਹੈ ਇਹਨਾਂ ਦਾ ਫਾਇਦਾ ਇਹ ਹੈ ਕਿ ਤੁਸੀਂ ਜਿਸ ਤਰ੍ਹਾਂ ਨਾਰਮਲ ਕੰਪਿਊਟਰ ਸਟੂਡੈਂਟਸ ਜਿਹੜਾ ਹੈ ਜੀ, ਉਹ
ਕੰਪਿਊਟਰ ਦਾ ਕੋਰਸ ਕਲਾਸਰੂਮ 'ਚ ਸਿੱਖ ਰਿਹਾ ਨਾ ਔਰ ਉਹ ਕੋਰਸਸ ਦੇ ਵਿੱਚ ਉਹ ਹੋਰ ਸਟੱਡੀ ਕਰਨਾ ਚਾਹੁੰਦਾ ਹੈ ਔਰ ਉਹ ਕਿਸੇ ਫੋਰਨ ਯੂਨੀਵਰਸਿਟੀ ਦੇ ਮਾਹਿਰ ਪ੍ਰੋਫੈਸਰ ਦਾ ਲੈਕਚਰ ਸੁਣਨਾ ਚਾਹੁੰਦਾ ਹੈ ਜੀ ਜਿੱਦਾਂ ਆਪਾਂ ਗੱਲ ਕਰੀਏ ਫੋਰਨ ਯੂਨੀਵਰਸਿਟੀਜ਼ ਦੇ ਵਿੱਚ ਸਾਡੇ ਕੋਲ ਆਕਸਫੋਰਡ ਯੂਨੀਵਰਸਿਟੀ ਹੈ MIT ਹੈ ਹਾਰਵਰਡ ਹੈ ਸਟੈਨਫੋਰਡ ਯੂਨੀਵਰਸਿਟੀਜ਼ ਹੈ ਇੰਡੀਆ ਦੇ ਟੌਪ IITs ਹੈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀਜ਼ ਹੈ ਤੇ ਇੱਕ ਨਾਰਮਲ ਪਿੰਡ ਦਾ ਸਟੂਡੈਂਟ ਆਪਾਂ ਚਲੇ ਜਾਈਏ ਕਿਉਂਕਿ ਇੰਡੀਆ ਦੇ ਵਿੱਚ ਰੂਰਲ ਜਿਹੜੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਹਾਂ ਉਹ ਉਹਨਾਂ ਕੋਰਸਸ ਨੂੰ ਉਹਨਾਂ ਦੇ ਲੈਕਚਰਸ ਨੂੰ ਦੇਖਣਾ ਚਾਹੁੰਦਾ ਹੈ ਤਾਂ MOOCs ਦੇ ਥਰੂ ਉਹ ਵੀਡੀਓ ਲੈਕਚਰਸ ਨੂੰ ਅਟੈਂਪਟ ਕਰ ਸਕਦਾ ਹੈ ਅੱਛਾ ਜੀ ਹਾਂ ਔਰ ਉਹ MOOCs ਕੋਰਸਸ ਡਿਫਰੈਂਟ ਵੈਬ ਪੋਰਟਲਸ ਤੋਂ ਅਵੇਲੇਬਲ ਨੇ ਸੋ ਇਸ ਦੇ ਵਿੱਚ ਜਿਹੜੀ ਹੈ ਫਾਇਦਾ ਕੀ ਹੈ ਤੁਸੀਂ ਕੋਰਸਸ ਨੂੰ ਜਿਹੜਾ ਹੈ ਵੀਡੀਓ ਲੈਕਚਰਸ ਨੂੰ ਸੁਣ ਕੇ ਇਹ ਕੋਰਸਸ ਦੋ ਤਰ੍ਹਾਂ ਦੇ ਹੈ ਇੱਕ ਸ਼ੈਡਿਊਲਡ ਔਰ ਇੱਕ ਸੈਲਫ ਪੇਸਡ ਸ਼ੈਡਿਊਲ ਜਿਸ ਤਰ੍ਹਾਂ ਤੁਸੀਂ ਵੀਡੀਓ ਲੈਕਚਰ ਸੁਣ ਲਏ ਔਰ ਉਹਨਾਂ ਨੇ ਕਿਹਾ ਤੁਹਾਡਾ ਜਿੱਦਾਂ ਜਨਵਰੀ ਤੋਂ ਸੈਸ਼ਨ ਸ਼ੁਰੂ ਹੁੰਦਾ ਤੁਸੀਂ ਮਈ 'ਚ ਐਗਜ਼ਾਮ ਦੇ ਦਿੱਤੇ ਔਰ ਤੁਹਾਨੂੰ ਮਈ 'ਚ ਐਗਜ਼ਾਮ ਦੇਣ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਉਹ ਸਰਟੀਫਿਕੇਟ ਤੁਹਾਡੀ ਨਾਰਮਲ ਗ੍ਰੈਜੂਏਸ਼ਨ ਦੇ ਵਿੱਚ ਇੱਕ ਐਡੀਸ਼ਨਲ ਸਕਿੱਲ ਹੋ ਗਈ ਕਿ ਤੁਹਾਡੇ ਕੋਲ ਇੱਕ ਗ੍ਰੈਜੂਏਸ਼ਨ ਤੋਂ ਇਲਾਵਾ ਇੱਕ ਐਡੀਸ਼ਨਲ ਮਾਹਿਰ ਡਿਗਰੀ ਵੀ ਹੈਗੀ ਹੈ ਕਿਸੇ ਸਬਜੈਕਟ ਦੀ ਔਰ ਇਸ ਤੋਂ ਇਲਾਵਾ ਸੈਲਫ ਪੇਸਡ ਜਿਸ ਤਰ੍ਹਾਂ ਇੱਕ ਸਟੂਡੈਂਟ ਹੈ ਉਸਦੀ ਟੀਚਰ ਦੇ ਨਾਲ ਨਹੀਂ ਮਤਲਬ ਉਸ ਪੇਸ ਨਾਲ ਨਹੀਂ ਚੱਲ ਪਾਉਂਦਾ ਉਹ ਆਪਣੀ ਸਪੀਡ ਦੇ ਨਾਲ ਉਸ ਲੈਕਚਰ ਨੂੰ ਸੁਣਦਾ ਹੈ ਸਮਝਦਾ ਹੈ ਫਿਰ ਉਹ ਕਹਿੰਦਾ ਕਿ ਮੈਂ ਇਸ ਡੇਟ ਤੱਕ ਮੈਂ ਐਗਜ਼ਾਮ ਲਈ ਪ੍ਰਿਪੇਅਰ ਨਹੀਂ ਕੀਤਾ ਫਿਰ ਉਹ ਇੱਕ ਓਪਰਚੁਨਿਟੀ ਦਿੰਦੇ ਆ ਕਿ ਤੁਸੀਂ ਜਦੋਂ ਮਰਜ਼ੀ ਉਹਨਾਂ ਦੇ ਸੈਂਟਰ 'ਚ ਆ ਕੇ ਐਗਜ਼ਾਮ ਦੇ ਸਕਦੇ ਹੋ ਜਾਂ ਆਨਲਾਈਨ ਮਾਧਿਅਮ ਤੋਂ ਦੇ ਸਕਦੇ ਹੋ ਡਿਪੈਂਡ ਕਰਦਾ ਕਿ ਤੁਸੀਂ ਕਦੋਂ ਤੁਸੀਂ ਕਹਿ ਦਿੱਤਾ ਕਿ ਮੈਂ ਤਿਆਰ ਹਾਂ ਐਗਜ਼ਾਮ ਲਈ ਤੁਸੀਂ ਐਗਜ਼ਾਮ ਦੀ ਡੇਟ ਉਸ ਪੋਰਟਲ ਤੋਂ ਚੁੱਕ ਸਕਦੇ ਹੋ ਬਿਲਕੁਲ ਇਹ ਕੰਪਿਊਟਰ ਨੇ ਨਾ ਛੋਟੇ ਜਿਹੇ ਕੰਪਿਊਟਰ ਨੇ ਸਾਡੀ ਦੁਨੀਆ ਬਹੁਤ ਵੱਡੀ ਕਰ ਦਿੱਤੀ ਔਰ ਇਦਾਂ ਵੀ ਆਪਾਂ ਕਹਿ ਸਕਦੇ ਹਾਂ ਕਿ ਐਡੀ ਵੱਡੀ ਦੁਨੀਆ ਨੂੰ ਸਾਡੇ ਕੰਪਿਊਟਰ ਨੇ ਇੰਨਾ ਕੁ ਕਰਕੇ ਸਾਡੇ ਮੋਹਰੇ ਰੱਖ ਦਿੱਤਾ ਬਸ ਅਸੀਂ ਦੇਖਣਾ ਆ ਸਿੱਕੇ ਦੇ ਦੋ ਪਹਿਲੂ ਆ ਚੰਗਾ ਪਹਿਲੂ ਦੇਖਣਾ ਕਿ ਮਾੜਾ ਪਹਿਲੂ ਦੇਖਣਾ ਔਰ ਚੰਗੇ ਪਹਿਲੂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਮਾੜੇ ਪਹਿਲੂ ਦੇ ਉੱਤੇ ਕੰਮ ਕਰਨਾ ਆ ਤਾਂ ਜੋ ਸਾਡੀ ਹੈਲਥ ਵਧੀਆ ਰਹੇ ਹੈ ਨਾ ਫਿਲਹਾਲ ਟਾਈਮ ਬਹੁਤ ਵਧੀਆ ਚੀਜ਼ ਹੁੰਦਾ ਕਿਸੇ ਨੂੰ ਦੇਣਾ ਬਹੁਤ ਔਖਾ ਹੁੰਦਾ ਪਰ ਜਦੋਂ ਟਾਈਮ ਪੂਰਾ ਹੋ ਜਾਂਦਾ ਫਿਰ ਜਾਣਾ ਪੈਂਦਾ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਧੰਨਵਾਦ ਸੋ ਬੈਠਕ ਵਿਦ ਵਰੁਣ ਕੌਰ ਮਾਨ ਦੇ ਵਿੱਚ ਅੱਜ ਦੇ ਲਈ ਇੰਨਾ ਹੀ ਹੈ ਜੀ ਮੈਨੂੰ ਦੇ ਦਿਓ ਆ ਗਿਆ ਅਗਲੇ ਹਫਤੇ ਫਿਰ ਤੋਂ ਹਾਜ਼ਰ ਹੋਊਂਗੀ ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV ਔਰ ਸਾਡਾ YouTube ਚੈਨਲ ਪੰਜਾਬ ਮੇਲ USA TV ਦੇ ਨਾਮ ਤੋਂ ਹੀ ਹੈ ਉਸ ਨੂੰ ਕਰ ਦਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ